ਕਿਸੇ ਦੇ ਗਿੱਟੇ ਤੇ ਧਾਗਾ ਬੰਨਿਆ ਦੇਖਦਾ ਮੈਂ, ਕਾਲਾ ਪੀਲਾ ਨੀਲਾ ਪਤਾ ਨਹੀਂ ਕਿਹੜਾ, ਕਿਸੇ ਦੇ ਗੁੱਟ ਤੇ ਬੰਨਿਆ। ਜੇ ਪੁੱਛ ਕੇ ਬਈ ਕੀ ਹੋ ਗਿਆ, ਮੈਨੂੰ ਫਲਾਨੀ ਬਿਮਾਰੀ ਸੀ, ਵੀ ਮੈਨੂੰ ਜ਼ਿਆਦਾ ਗਿਆਨ ਆ, ਗਾਂਹ ਨੂੰ ਤਾਂ ਗਿਆਨ ਹੀ ਕੋਈ ਨਹੀਂ, ਉਹ ਤਾਂ ਅੱਧਾ ਹੈ। ਜੇ ਹੁਣ ਅਸੀਂ ਨਾ ਮੰਨਾਂਗੇ ਮੂਹਰਲੇ ਬੰਦੇ ਜਿਹੜੇ ਮੁੱਖ ਸੇਵਾਦਾਰ ਕਹਾਉਣੇ ਆ ਸਥਾਨਾਂ ਦੇ ਵੀ ਅਸੀਂ ਮੁੱਖ ਸੇਵਾਦਾਰ ਹਾਂ, ਅਸੀਂ ਅਕਾਲ ਤਖਤ ਦੀ ਨਾ ਮੰਨਾਂਗੇ ਤਾਂ ਫਿਰ ਸੰਗਤ ਨੇ ਤਾਂ ਅਕਾਲ ਤਖਤ ਦੀ ਕਾਹਦੀ ਮੰਨਣੀ। ਜਿਹੜੇ ਹੁਣ ਮੇਰੇ ਵਰਗੇ ਅਹੁਦੇਦਾਰ ਸੇ ਕੁਰਸੀਆਂ ਤੇ ਚੌੜੇ ਹੋ ਕੇ ਬਹਿੰਦੇ ਆ, ਜੇ ਉਹਨਾਂ ਦੇ ਆਪਦੇ ਜ਼ਮੀਰ ਮਰ ਗਏ ਤਾਂ ਉਹਨਾਂ 'ਚ ਕੀ ਘੋਲ ਕੇ ਪਾਈਏ। ਇੱਕ ਗੱਲ ਜ਼ਰੂਰ ਆ, ਸ਼੍ਰੋਮਣੀ ਕਮੇਟੀ ਜਮਾਤ ਨਹੀਂ ਮਾੜੀ, ਜਮਾਤੀ ਜ਼ਰੂਰ ਮਾੜੇ। ਟੁੱਟੀ ਦਾ ਅਸੀਂ ਆਪ ਜਾਂਦੇ ਭਾਸ਼ਾ ਨਾਲੋਂ, ਜਿੱਥੇ ਸਾਈਨ ਕਰਨੇ ਆ ਇੰਗਲਿਸ਼ 'ਚ ਕਰਨੇ ਆ। ਜੇ ਕਦੇ ਕੋਈ ਗੁਰਮੁਖੀ ਦੇ 10 ਤੱਕ ਲਿਖਣਾ ਉਹਦਾ ਇੱਕ ਦੋ ਨੀਵੀਆਂ ਪਾ ਜਾਂਦੇ ਆ। ਬਾਣੀ ਦਾ ਅਸੀਂ ਤਾਂ ਨਹੀਂ ਪੜ੍ਹਦੇ, ਸਾਨੂੰ ਪਾਪ ਲੱਗਦਾ। ਫਿਰ ਕਦੋਂ ਤੱਕ ਐਂ ਭੱਜੋਗੇ ਪੋਥੀਆਂ ਤੋਂ। ਇੱਕ ਪਰਿਵਾਰ ਦੀ 10-10 ਬਾਬੇ ਆ, ਜੇ 10 ਜੀ ਆ ਤਾਂ 10 ਦੇ 10 ਬਾਬੇ ਆ। ਉਹ ਕਹਿੰਦਾ ਮੈਂ ਫਲਾਣੇ ਬਾਬੇ ਤੇ ਜਾਣਾ, ਦੂਜਾ ਕਹਿੰਦਾ ਮੈਂ ਫਲਾਣੇ ਤੇ ਜਾਣਾ। ਹੁਣ ਆਪਣੀ ਨਵੀਂ ਪੀੜ੍ਹੀ ਆ ਜਿਹੜੀ 21ਵੀਂ ਜਨਰੇਸ਼ਨ ਆ ਕਹਿ ਲਓ, ਇਹ ਤਾਂ ਸਾਰੀ ਬਾਹਰ ਗਈ ਤੇ ਸਾਡੇ ਬਜ਼ੁਰਗਾਂ ਦਾ ਪੈਸਾ ਵੀ ਲੈ ਗਈ। ਜੀ ਜੀ ਪੰਜਾਬ 'ਚ ਕੀ ਛੱਡ ਕੇ ਗਏ ਆ ਵੀ ਸਾਰਾ ਅਸੀਂ ਰੋਲ ਮਾਡਲ ਆ। ਜਿਹੜਾ ਕੁਛ ਅਸੀਂ ਇੱਥੇ ਕਰਾਂਗੇ ਨਾ ਗੁਰੂ ਦੇ ਘਰੇ ਰਹਿ ਕੇ, ਲੋਕਾਂ ਨੇ ਆਟੋਮੈਟਿਕ ਉਹੀ ਕਰਨਾ। ਵੀ ਜਦੋਂ ਇਹਨਾਂ ਨੂੰ ਰੱਬ ਕੁਛ ਨਹੀਂ ਕਹਿੰਦਾ, ਸਾਨੂੰ ਕੀ ਕਹਿ ਦੂਗਾ। ਜਿਗਰਾ ਕਿੱਥੋਂ ਲੈ ਕੇ ਆਉਣਗੇ? ਜਿਗਰਾ ਤਾਂ ਅੰਮ੍ਰਿਤ ਛਕੇ ਵਾਲੇ ਸਿੰਘ ਨੂੰ ਹੀ ਆਉਣਾ। ਇਹ ਹੁਣ ਜੇ ਗਧੇ ਦੇ ਝਰੀਟਾਂ ਮਾਰ ਦੇਵਾਂਗੇ, ਜੈਵਰਾ ਤਾਂ ਨਹੀਂ ਬਣਦਾ। Press the bell icon and never miss a video from Daily Awaz. ਡੇਲੀ ਆਵਾਜ਼ ਵੇਖ ਰਹੇ ਸਾਰੀ ਸਾਧ ਸੰਗਤ ਦਾ, ਸਮੁੱਚੇ ਦਰਸ਼ਕਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਤੁਹਾਡੀ ਦੇ ਵਿੱਚ ਮੈਂ ਬਿੱਟੂ ਚੱਕ ਵਾਲਾ ਸਵਾਗਤ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਥਕ ਮਸਲਿਆਂ ਤੇ, ਪੰਜਾਬ ਦੇ ਮਸਲਿਆਂ ਤੇ ਪੰਜਾਬੀਆਂ ਦੇ ਮਸਲਿਆਂ ਤੇ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਬਹੁਤ ਵਾਰ ਅਜਿਹਾ ਵੇਖਣ ਨੂੰ ਆਇਆ ਕਿ ਸਾਨੂੰ ਕੋਈ ਖਰੀਆਂ ਗੱਲਾਂ ਜਦੋਂ ਸੁਣਾਉਂਦਾ ਤਾਂ ਆਪਾਂ ਬੜੀ ਵਾਹ ਆਸ਼ਿਸ਼ ਕਰ ਉੱਠਦੇ ਹਾਂ ਕਿ ਵਾਹ ਜੀ ਵਾਹ, ਫਲਾਣੇ ਨੇ ਤਾਂ ਬੜੀਆਂ ਚੰਗੀਆਂ ਗੱਲਾਂ ਕਹੀਆਂ, ਬੜੀਆਂ ਵਧੀਆ ਗੱਲਾਂ ਕਹੀਆਂ। ਪਰ ਕੁਝ ਟਾਈਮ ਬਾਅਦ ਜਿਹੜਾ ਅਸੀਂ ਪੰਜਾਬੀ ਜਿਹੜੇ ਬੜਾ ਜਲਦੀ ਭੁੱਲ ਜਾਂਦੇ ਹਾਂ ਕਿ ਉਹ ਗੱਲਾਂ ਦੇ ਵਿੱਚ ਕੁਝ ਤੱਤ ਵੀ ਸੀ, ਕੁਝ ਅਮਲ ਵੀ ਸੀ। ਪਿੱਛੇ ਜੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਅਕਸਰ ਹੀ ਹੁੰਦੀਆਂ ਰਹਿੰਦੀਆਂ ਉਹਨਾਂ ਦੀਆਂ ਵੀਡੀਓ, ਤੇ ਉਹਨਾਂ ਦੇ ਵਿੱਚੋਂ ਇੱਕ ਬੜੀ ਚਰਚਿਤ ਹੋਈ ਸੀ ਜਿਸ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਉਹ ਪੰਥ ਨੂੰ ਮੁਖਾਤਬ ਹੋਏ ਸੀ ਤੇ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਸੀ ਕਿ ਕਿਸ ਤਰ੍ਹਾਂ ਜਿਹੜਾ ਪੰਥ ਦੇ ਵਿੱਚ ਗਿਰਾਵਟ ਆ ਰਹੀ ਹੈ, ਅਸੀਂ ਪੰਜਾਬੀ ਕਿਵੇਂ ਆਪਣੀਆਂ ਜਿਹੜੀਆਂ ਉਚਾਈਆਂ ਤੋਂ ਹੇਠਾਂ ਵੱਲ ਨੂੰ ਆ ਰਹੇ ਹਾਂ। ਅੱਜ ਸਾਡੇ ਨਾਲ ਤਖਤੂਪੁਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਸਰਦਾਰ ਹਰਜਿੰਦਰ ਸਿੰਘ ਜੀ। ਆਪਾਂ ਉਹਨਾਂ ਨਾਲ ਕਰਾਂਗੇ ਢੇਰ ਸਾਰੀ ਗੱਲਬਾਤ। ਤੁਸੀਂ ਜੁੜੇ ਰਹੋ ਸਾਡੇ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਆਇਆਂ ਨੂੰ, ਤੁਸੀਂ ਇੱਥੇ ਆਏ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰਾ ਸਭ ਤੋਂ ਪਹਿਲੇ ਸਵਾਲ ਜੀ, ਜਿਸ ਤਰ੍ਹਾਂ ਮੈਂ ਪਿੱਛੇ ਇਹ ਪਲੇਟ ਤੇ ਵੇਖ ਰਿਹਾ, ਤੁਸੀਂ ਥੱਲੇ 2 ਮੋਬਾਈਲ ਨੰਬਰ ਲਿਖ ਕੇ ਉੱਪਰ ਕੱਲਾ ਨਿਹੰਗ ਲਿਖਿਆ ਹੋਇਆ। ਜੀ ਇਹਦਾ ਕੀ ਕਾਰਨ ਹੈ? ਪਿੱਠ ਪਿੱਛੇ ਸਾਨੂੰ ਨਿਹੰਗੀ ਕਿਹਾ ਜਾਂਦਾ। ਜੇ ਵੈਸੇ ਮੂੰਹ ਤੇ ਆ ਕੇ ਕੋਈ ਸਾਨੂੰ ਰਿਸਪੈਕਟ ਨਾ ਬੁਲਾਵੇ ਤਾਂ ਜੀ ਬਾਰੇ ਬੁਲਾ ਸਕਦਾ, ਪਰ ਅਸੀਂ ਬਾਣਾ ਪਾ ਕੇ ਇੰਨੇ ਗਿਰ ਚੁੱਕੇ ਹਾਂ ਵੀ ਬਾਣੇ ਦੇ ਤਾਂ ਸਾਨੂੰ ਨਾ ਸਲੀਕਾ ਰਿਹਾ ਨਾ ਤਰੀਕਾ ਰਿਹਾ। ਜਿਹੜੇ ਤਿੱਖੀਆਂ ਪੱਗਾਂ ਬੰਨ੍ਹਦੇ ਆ ਟੌਰ ਵਾਸਤੇ, ਉਹ ਸਾਨੂੰ ਬਾਣੇ ਤੇ ਮਖੌਲ ਕਰਦੇ। ਪਰ ਗੁਰੂ ਮਹਾਰਾਜ ਨੇ ਤਾਂ ਲਾਡਲੀਆਂ ਫੌਜਾਂ ਕਹਿ ਕੇ ਪੁਕਾਰਿਆ ਸੀ, ਥਾਪੜਾ ਦਿੱਤਾ ਸੀ। ਮਹਾਰਾਜ ਦੀ ਨਿਗਾਹ 'ਚ ਅਸੀਂ ਅੱਜ ਵੀ ਲਾਡਲੀ ਹਾਂ, ਲਾਡਲੀਆਂ ਫੌਜਾਂ ਹੀ ਰਹਿਣਗੀਆਂ। ਪਰ ਜਿਹੜੀ ਕਹਿੰਦੇ ਹੁੰਦੇ ਤੁਸੀਂ ਜਿਹੋ ਜਿਹੇ ਮਾਹੌਲ 'ਚ ਰਹਿੰਦੇ ਹੋ, ਤੁਹਾਨੂੰ ਉਹੋ ਜਿਹੀ ਭਾਸ਼ਾ ਸਿੱਖਣੀ ਪੈਣੀ ਹੈ। ਅੱਛਾ, ਜਿਸ ਤਰ੍ਹਾਂ ਆਮ ਆਪਾਂ ਹੁਣ ਪੰਥ ਦੇ ਵਿੱਚ ਬੜੇ ਸਾਰੇ ਮੈਂ ਦੇਖਦਾ ਕਿਤੇ ਨਾ ਕਿਤੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ, ਫਿਰ ਕੋਈ ਇੱਕ ਪਾਸੇ ਟਕਸਾਲ ਹੋ ਜਾਂਦੀ ਹੈ, ਇੱਕ ਪਾਸੇ ਧਾਰਮਿਕ ਜਥੇਬੰਦੀਆਂ ਹੋ ਜਾਂਦੀਆਂ ਨੇ, ਕਿਸੇ ਪਾਸੇ ਨਿਹੰਗ ਸਿੰਘਾਂ ਦੇ ਜਥੇ ਆ ਜਾਂਦੇ ਨੇ। ਪੰਥ ਤੁਹਾਨੂੰ ਇੰਜ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਦਫਾੜ ਹੋਇਆ ਨਜ਼ਰ ਆਉਂਦਾ? ਨਹੀਂ, ਦਫਾੜ ਕਿਉਂ? ਤੁਸੀਂ ਛੋਟੀ ਭਾਸ਼ਾ ਬੋਲਦੇ ਹੋ। ਮੈਂ ਤਾਂ ਕਹਿੰਦਾ ਚੌਫਾੜ ਹੋਇਆ ਵਾ। ਅੱਛਾ, 2 ਫਾੜ ਦੀ ਬਜਾਏ ਨਾ ਤੁਸੀਂ ਕਹੋ ਚੌਫਾੜ ਕਹੋ, ਚੌਫਾੜ ਹੋਇਆ ਵਾ। ਕੰਮ ਗਾਂ ਹੀ ਲੰਘਿਆ। ਹਰ ਬੰਦਾ ਕਹਿੰਦਾ ਮੈਂ ਢੂੜਾਂ ਗਾਂ ਵਾਲਾ ਅੱਧਾ। ਸਾਰੀ ਦੁਨੀਆ 'ਚ ਕਲੇਸ਼ ਹੀ ਇਹ ਹੈ। ਬਿਲਕੁਲ, ਵੀ ਮੈਨੂੰ ਜ਼ਿਆਦਾ ਗਿਆਨ ਆ, ਗਾਂਹ ਨੂੰ ਤਾਂ ਗਿਆਨ ਹੀ ਕੋਈ ਨਹੀਂ, ਉਹ ਤਾਂ ਅੱਧਾ ਹੈ। ਬਿਲਕੁਲ, ਉਹ ਗਿਆਨ ਪੁਣੇ ਜੀ ਮਹਾਰਾਜ ਨੇ ਸਾਨੂੰ ਕਿਹਾ ਸੀ ਸਿੱਖ ਸਟੂਡੈਂਟ, ਵੀ ਤੁਸੀਂ ਸਟੂਡੈਂਟ ਹੋ, ਬਟ ਅਸੀਂ ਤਾਂ ਪ੍ਰਿੰਸੀਪਲ ਬਣਦੇ ਹਾਂ। ਅਸੀਂ ਤਾਂ ਕਹਿੰਦੇ ਵੀ ਸਾਨੂੰ ਪਤਾ, ਹੋਰ ਕਿਸੇ ਨੂੰ ਪਤਾ ਹੀ ਨਹੀਂ। ਸਿੱਖਣ ਦਾ ਹੀ ਸਿੱਖਣ ਨੂੰ ਸਾਨੂੰ ਤਾਂ ਸਾਰੀ ਉਮਰ ਸਿੱਖਣ ਨੂੰ ਹੀ ਕਿਹਾ ਸੀ, ਸਿੱਖ 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 ਸਿੱਖ। ਅਸੀਂ ਸਿਖਾਉਣ ਲੱਗ ਗਏ ਤਾਂ ਜੋ ਧੋਖੇ ਖਾਂਦੇ। ਜਿਵੇਂ ਪਿੱਛੇ ਜੇ ਧਾਰਮਿਕ ਦੀਵਾਨਾਂ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਵਾਦ ਆਇਆ ਤੇ ਉਧਰੋਂ ਹੁਕਮ ਜਾਰੀ ਹੋਏ ਕਿ ਪਿੰਡਾਂ ਦੇ ਵਿੱਚ ਹੁਣ ਦੀਵਾਨ ਨਹੀਂ ਲੱਗਣਗੇ, ਤਾਂ ਉਹਨਾਂ ਨੇ ਆਪਣੇ ਆਪ ਨੂੰ ਵੀ ਸੰਕੇੜਿਆ। ਕਿਤੇ ਕਿਤੇ ਲੱਗਦਾ ਹੁੰਦਾ ਕਿ ਨੌਜਵਾਨਾਂ ਦੀ ਜਿਹੜੀ ਦੇਖਿਆ ਸੀ ਕਿ ਉਹਨਾਂ ਦੇ ਪਿੱਛੇ ਇਕੱਠ ਹੈ ਤੇ ਲੋਕ ਸੁਣਨਾ ਚਾਹੁੰਦੇ ਨੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਿਹਾ, ਉਸ ਨੂੰ ਸਹੀ ਤਰੀਕੇ ਨਾਲ ਜੇ ਕਰ ਰਿਹਾ ਤਾਂ ਕਰਨ ਦਿਓ, ਜੇ ਨਹੀਂ ਸਹੀ ਲੱਗ ਰਿਹਾ ਤਾਂ ਉਸ ਨੂੰ ਵਿਚਾਰਾਂ ਦੇ ਨਾਲ ਉਸ ਦਾ ਜਿਹੜਾ ਗੱਲਬਾਤ ਕੀਤੀ ਜਾਵੇ?
ਨਹੀਂ ਰੋਕਣਾ ਚਾਹੀਦਾ। ਪ੍ਰਚਾਰ ਤਾਂ ਆਜ਼ਾਦੀ ਨਹੀਂ ਹੁੰਦਾ, ਇਹ ਹਮੇਸ਼ਾ ਹੀ ਕੋਈ ਵੀ ਪ੍ਰਚਾਰ ਕਰਨਾ ਆਜ਼ਾਦੀ ਬਿਨਾਂ ਤਾਂ ਪ੍ਰਚਾਰ ਹੈ ਹੀ ਨਹੀਂ। ਜੇ ਕਿਸੇ ਆਪਾਂ ਗੁਲਾਮੀ 'ਚ ਰੱਖ ਕੇ ਕਿਸੇ ਦੇ ਦਬਾਅ ਪਾ ਕੇ ਕੋਈ ਪ੍ਰਚਾਰ ਕਰਵਾਵਾਂਗੇ ਤਾਂ ਉਹ ਕਾਹਦਾ ਪ੍ਰਚਾਰ ਆ? ਉਹ ਤਾਂ ਫਿਰ ਇੱਕ ਝੂਠ ਦਾ ਬੋਲਬਾਲਾ ਜਦੋਂ ਮਰਜ਼ੀ ਕਰਵਾ ਲਓ। ਜਿਹੜੀ ਹੈਗੀ ਉਹਨਾਂ ਦੀ ਬੈਠ ਕੇ ਗੱਲ ਕਰਨ ਦੀ, ਕਈ ਵਾਰੀ ਇੱਕ ਦੂਜੇ ਨੂੰ ਸੱਦ ਚੁੱਕਿਆ ਪਰ ਜਾਂਦੇ ਕਿਉਂ ਨਹੀਂ, ਇਹ ਉਹਨਾਂ ਦਾ ਦੀਨ ਧਰਮ ਹੀ ਦੱਸ ਸਕਦਾ, ਆਪਾਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਕਿਉਂਕਿ ਅਕਾਲ ਤਖਤ ਹੈ ਜਿਹੜਾ ਸਾਡੀ ਕੌਮ ਦੇ ਲਈ ਸਰਵਉੱਚ ਹੈ, ਉੱਥੋਂ ਜਦੋਂ ਕੋਈ ਸੱਦਾ ਆਉਂਦਾ, ਸੁਨੇਹਾ ਆਉਂਦਾ, ਉਹਨਾਂ ਦਾ ਅਕਸਰ ਹੀ ਕਹਿ ਦੇਣਾ ਕਿ ਉੱਥੇ ਜਿਹੜੇ ਲੋਕ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਪਿੱਛੋਂ ਜਿਹੜਾ ਉਹਨਾਂ ਨੂੰ ਤੋਰਿਆ ਜਾ ਰਿਹਾ। ਪਰ ਮੇਰੇ ਖਿਆਲ ਜਿੱਥੇ ਤੱਕ ਮੇਰੀ ਨਜ਼ਰ ਕੰਮ ਕਰਦੀ ਹੈ ਵੀ ਜਿਹੜਾ ਸਾਡੇ ਲਈ ਉਹ ਜਿਹੜਾ ਮੁਕੱਦਸ ਸਥਾਨ ਹੈ ਤਾਂ ਸਾਨੂੰ ਉੱਥੇ ਵੀ ਜਾਣਾ ਬਣਦਾ। ਜੇ ਹੁਣ ਅਸੀਂ ਨਾ ਮੰਨਾਂਗੇ ਮੂਹਰਲੇ ਬੰਦੇ ਜਿਹੜੇ ਮੁੱਖ ਸੇਵਾਦਾਰ ਕਹਾਉਣੇ ਆ ਸਥਾਨਾਂ ਦੇ ਵੀ ਅਸੀਂ ਮੁੱਖ ਸੇਵਾਦਾਰ ਹਾਂ, ਅਸੀਂ ਅਕਾਲ ਤਖਤ ਦੀ ਨਾ ਮੰਨਾਂਗੇ ਤਾਂ ਫਿਰ ਸੰਗਤ ਨੇ ਤਾਂ ਅਕਾਲ ਤਖਤ ਦੀ ਕਾਹਦੀ ਮੰਨਣੀ ਆ? ਜਦੋਂ ਇੱਕ ਵਾਰੀ ਸੱਦਿਆ ਸੀ ਜਾ ਆਉਂਦੇ, ਕੋਈ ਮਤਭੇਦ ਸੀਗੇ ਬਹਿ ਕੇ ਨਿਬੇੜ ਲੈਂਦੇ। ਮੈਂ ਤਾਂ ਇਹੀ ਕਹੂੰਗਾ ਵੀ ਜਾਣਾ ਚਾਹੀਦਾ ਸੀ। ਬਿਲਕੁਲ। ਅੱਜ ਕੱਲ੍ਹ ਜਿਹੜੇ ਸਾਡੇ ਵਿਚਕਾਰ ਵਹਿਮ ਭਰਮ, ਬੜੇ ਪਖੰਡ, ਅਸੀਂ ਗੁਰੂ ਮਹਾਰਾਜ ਦੀਆਂ ਉਹ ਚੀਜ਼ਾਂ ਨੂੰ ਛੱਡ ਕੇ ਜਿਹੜੀਆਂ ਚੀਜ਼ਾਂ ਦਾ ਗੁਰੂ ਨਾਨਕ ਪਾਤਸ਼ਾਹ ਨੇ ਖੰਡਨ ਕੀਤਾ ਸੀ, ਜੀ ਕਿਤੇ ਨਾ ਕਿਤੇ ਸਿੱਖ ਦੇ ਲਈ ਕਿਹਾ ਸੀ ਕਿ ਆਹ ਚੀਜ਼ਾਂ ਜਿਹੜੀਆਂ ਸ਼ੁਰੂ 'ਚ ਹੀ ਉਹਨਾਂ ਨੇ ਨਕਾਰਤੀਆਂ ਸੀ। ਬਿਲਕੁਲ ਜੀ। ਸਾਡੇ ਬਹੁਤ ਸਾਰੇ ਪਰਿਵਾਰ, ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਹਾਂ, ਆਪਣੇ ਆਪ ਨੂੰ ਮੰਨ ਕੇ ਚੱਲਦਾ, ਬੇਸ਼ੱਕ ਪੂਰੀ ਰਹਿਣੀ ਬਹਿਣੀ 'ਚ ਨਹੀਂ ਆ ਅਸੀਂ ਅੱਜ ਦੀ ਜਿਹੜੀ ਜਨਰੇਸ਼ਨ ਸਾਡੇ 'ਚੋਂ, ਅਸੀਂ ਉਹ ਚੀਜ਼ਾਂ ਦੇ ਵਿੱਚ ਬੜੇ ਗਲਤਾਨ ਹੋਏ ਆ। ਗਲਤੀ ਕਿੱਥੇ ਆ? ਸਿਖਾਉਣ ਵਾਲਿਆਂ 'ਚ ਗਲਤੀ ਆ, ਪ੍ਰਚਾਰਕਾਂ 'ਚ ਗਲਤੀ ਆ, ਜਾਂ ਸਾਡੇ ਮੁੱਖ ਪ੍ਰਬੰਧਕਾਂ 'ਚ ਗਲਤੀ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਨੇ ਜਾਂ ਅਦਾਰਿਆਂ 'ਚ ਨੇ? ਚਲੋ ਉਹਨਾਂ ਕਨੇ ਤਾਂ ਹਮੇਸ਼ਾ ਉਂਗਲਾਂ ਉੱਠਦੀਆਂ ਹੀ ਆ, ਅਦਾਰਿਆਂ ਕਨੇ ਤਾਂ ਉੱਠਣੀਆਂ ਵੀ ਚਾਹੀਦੀਆਂ। ਜਿੰਨਾ ਚਿਰ ਵਿਰੋਧੀ ਨਹੀਂ ਉਹਨਾਂ ਚਿਰ ਤਰੱਕੀ ਨਹੀਂ। ਜਿਉਂ ਮੈਂ ਸੁਰਤ ਸੰਭਾਲੀਆ, ਸਾਡਾ ਮਹਿਕਮਾ ਪਹਿਲੇ ਦਿਨ ਹੀ ਸ਼੍ਰੋਮਣੀ ਕਮੇਟੀ ਸਾਡੇ ਘਰ ਪਰਿਵਾਰ ਵਾਂਗੂ ਆ ਸਾਨੂੰ। ਉਦੋਂ ਦੀ ਮੈਂ ਇਹਨਾਂ ਦੀ ਭੰਡੀ ਸੁਣੀ ਜਾਂਦਾ, ਉਦੋਂ ਬਾਅਦ ਹੀ ਚੜ੍ਹਦੀ ਕਲਾ ਸੁਣੀ ਜਾਂਦਾ। ਕਿੰਨੇ ਉਦੋਂ ਬਾਅਦ ਕਾਲਜ ਬਣੇ ਆ, ਕਿੰਨੇ ਸਕੂਲ ਬਣੇ ਆ, ਕਿੰਨੇ ਗੁਰਦੁਆਰਾ ਸਾਹਿਬਾਨ ਦੀਆਂ ਤਰੱਕੀਆਂ ਹੋਈਆਂ। ਜਿਹੜੇ ਹੁਣ ਮੇਰੇ ਵਰਗੇ ਅਹੁਦੇਦਾਰ ਸੇ ਕੁਰਸੀਆਂ ਤੇ ਚੌੜੇ ਹੋ ਕੇ ਬਹਿੰਦੇ ਆ, ਜੇ ਉਹਨਾਂ ਦੇ ਆਪਦੇ ਜ਼ਮੀਰ ਮਰ ਗਏ ਤਾਂ ਉਹਨਾਂ 'ਚ ਕੀ ਘੋਲ ਕੇ ਪਾਈਏ? ਜੇ ਤਾਂ ਉਹ ਆਪਦੇ ਜ਼ਮੀਰ ਨੂੰ ਜਗਾਉਣਗੇ ਫੇਰ ਤਾਂ ਕੋਈ ਗਤੀ ਹੈ ਆਪਣੀ, ਫੇਰ ਤਾਂ ਹੈਗਾ ਏ। ਜੇ ਹਰ ਵਾਰੀ ਦਬਾ ਕੇ ਹੀ ਛੋਟੇ ਮੁਲਾਜ਼ਮ ਨੂੰ ਦਬਾ ਕੇ ਪਿੱਛੇ ਧੱਕ ਦੇਣਾ ਹੈ ਤੇ ਅਸੀਂ ਆਪ ਮੂਹਰੇ ਹੀਰੋ ਬਣ ਬਹਿਣਾ ਹੈ, ਬਿਲਕੁਲ ਮੈਨੂੰ ਤਾਂ ਲੱਗਦਾ ਨਹੀਂ ਕੋਈ ਤਰੱਕੀ ਆ। ਪਰ ਇੱਕ ਗੱਲ ਜ਼ਰੂਰ ਆ, ਸ਼੍ਰੋਮਣੀ ਕਮੇਟੀ ਜਮਾਤ ਨਹੀਂ ਮਾੜੀ, ਜਮਾਤੀ ਜ਼ਰੂਰ ਮਾੜੇ ਆ। ਜਮਾਤੀ ਜ਼ਰੂਰ ਮਾੜੇ। ਹਾਂ, ਜਿਹੜੀ ਸ਼੍ਰੋਮਣੀ ਕਮੇਟੀ ਨਾ ਹੋਵੇ ਤਾਂ ਜਿੰਨੀ ਆਜ਼ਾਦੀ ਨਾਲ ਆਪਾਂ ਮੱਥਾ ਟੇਕੀ ਜਾਂਦੇ ਹਾਂ ਗੁਰਧਾਮਾਂ 'ਚ, ਨਹੀਂ ਟੇਕ ਸਕਦੇ। ਨਹੀਂ ਤਾਂ ਡੇਰਾਵਾਦ ਜਿੰਨਾ ਫੈਲਾ, ਤੁਸੀਂ ਪਖੰਡ ਦੀ ਗੱਲ ਕੀਤੀ ਆ, ਤੁਸੀਂ ਮੰਨ ਕੇ ਚੱਲੋ ਹੁਣ ਦੀ ਨੌਜਵਾਨੀ ਨੂੰ ਮੈਂ ਆਪ ਵੇਂਦਾ ਰਹਿਣਾ, ਮੇਰੇ ਸਾਰੇ ਵੀਰ ਆ ਛੋਟੇ ਵੱਡੇ, ਮੈਂ ਇਹਨਾਂ ਨੂੰ ਘੂਰਦਾ ਵੀ ਰਹਿਣਾ ਜਿੰਨੀ ਕਿ ਮੇਰੀ ਘੂਰ ਮੰਨਦੇ ਆ। ਜੀ। ਕਿਸੇ ਦੇ ਗਿੱਟੇ ਤੇ ਧਾਗਾ ਬੰਨਿਆ ਦੇਖਦਾ ਮੈਂ, ਕਾਲਾ ਪੀਲਾ ਨੀਲਾ ਪਤਾ ਨਹੀਂ ਕਿਹੜਾ, ਕਿਸੇ ਦੇ ਗੁੱਟ ਤੇ ਬੰਨਿਆ। ਜੇ ਪੁੱਛ ਕੇ ਬਈ ਕੀ ਹੋ ਗਿਆ, ਮੈਨੂੰ ਫਲਾਨੀ ਬਿਮਾਰੀ ਸੀ ਤੇ ਮੈਨੂੰ ਪਤਾ ਨਹੀਂ ਮੇਰੀ ਮਾਸੀ ਲੈ ਗਈ, ਮੇਰੀ ਚਾਚੀ ਲੈ ਗਈ, ਉਹ ਲਿਜਾ ਕੇ ਫਲਾਣੇ ਬਾਬੇ ਤੁਸੀਂ ਧਾਗੇ ਕਰਾਏ, ਫਿਰ ਡਾਕਟਰਾਂ ਦੇ ਗਲਾਂ 'ਚ ਅੰਗੂਠੇ ਦੇ ਦਿਓ। ਬਿਲਕੁਲ। ਤੇ ਪਾਕਿਸਤਾਨ ਦੇ ਚੀਨ ਦੇ ਬਾਰਡਰ ਤੇ ਨਿੱਤ ਆਪਾਂ ਖਰਚਾ ਭਰਦੇ ਹਾਂ ਫੌਜ ਦਾ, ਫਿਰ ਧਾਗੇ ਹੀ ਸਿੱਟ ਦਿਓ। ਬਿਲਕੁਲ। ਆਪੇ ਫਨਾਹ ਕਰ ਦੇਣਗੇ ਧਾਗੇ, ਜੇ ਇੰਨੀ ਪਾਵਰ ਆ ਧਾਗਿਆਂ ਤਵੀਤਾਂ 'ਚ। ਜੇ ਅਸੀਂ 21ਵੀਂ ਸਦੀ 'ਚ ਕਹਿੰਦੇ ਸੀ ਜੇ ਨਿਊ ਜਨਰੇਸ਼ਨ ਆ ਜੀ, ਅਸੀਂ ਤਾਂ 5G 'ਚ ਜਿਉਣੇ ਆ, ਅਸੀਂ ਨਹੀਂ ਤੁਹਾਡੇ ਵਾਂਗੂ ਪੁਰਾਣੇ ਖਿਆਲਾਂ 'ਚ ਜਿਉਂ ਸਕਦੇ। ਪਰ ਮੈਨੂੰ ਇੱਕ ਗੱਲ ਦੱਸੇ ਹੁਣ ਦੀ ਪੀੜ੍ਹੀ ਵੀ 550 ਸਾਲ ਪਹਿਲਾਂ ਬਾਬੇ ਨਾਨਕ ਨੇ ਬਾਣੀ ਦਰਜ ਕੀਤੀ ਆ ਸਾਰੀ ਜੀ, ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਗ੍ਰੰਥਾਂ ਦੇ ਅਲੱਥੇ ਕਰਤੇ, ਅਸੀਂ ਉਹ ਪੜ੍ਹ ਲਏ, ਪੁਰਾਣੀ ਭਾਸ਼ਾ ਅਸੀਂ ਪੜ੍ਹ ਲਈ। ਫਿਰ ਤਾਂ ਅਸੀਂ ਕਹੀਏ ਅਸੀਂ 5G 'ਚ ਜਿਉਣੇ ਆ, ਪੜ੍ਹੇ ਤਾਂ ਸਾਥੋਂ ਸਾਡੀਆਂ ਗੁਰੂਆਂ ਦਾ ਲਿਖਤਾਂ ਅੱਜ ਤੱਕ ਨਹੀਂ ਗਈਆਂ। ਅਸੀਂ ਕਹਿੰਦੇ ਅਸੀਂ ਨਿਊ ਜਨਰੇਸ਼ਨ 'ਚ ਹੋ ਗਏ, ਅਸੀਂ ਨਿਊ ਪੰਚ ਦੇ ਹੋ ਗਏ, ਸਾਡੇ ਪੱਲੇ ਕੀ ਆ? ਮਤਲਬ ਹੀ ਨਹੀਂ। ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ, ਸਾਡੇ ਘਰਾਂ ਦਾ ਸਬਜੈਕਟ ਬਾਣੀ ਨਹੀਂ ਬਣਦੀ, ਉਹਨਾਂ ਚਿਰ ਇਹ ਕੁਛ ਹੀ ਹੁੰਦਾ ਰਹਿਣਾ। ਆਮ ਹੀ ਜਦੋਂ ਕਿਤੇ ਨਿਗਾਹ ਵੱਜਦੀ ਹੈ ਸਮਾਜ ਦੇ ਵਿੱਚ ਤਾਂ ਕੋਈ ਧਾਗੇ ਤਵੀਤ ਦੀ ਤੁਸੀਂ ਗੱਲ ਕੀਤੀ, ਜਦੋਂ ਕਿਸੇ ਕੋਲੇ ਗੱਲ ਕਰੀਦੀ ਆ ਤਾਂ ਪਤਾ ਲੱਗਦਾ ਕਿ ਫਲਾਨੀ ਥਾਈਂ ਫਲਾਨਾ ਬਾਬਾ ਰਹਿੰਦਾ ਗੁਰਦੁਆਰੇ ਦੇ ਵਿੱਚ, ਰਹਿੰਦਾ ਕਿਸੇ ਧਾਰਮਿਕ ਸਥਾਨ ਤੇ ਆ, ਖਾਸ ਕਰਕੇ ਮੈਂ ਗੁਰਦੁਆਰਿਆਂ ਦੀ ਗੱਲ ਹੀ ਕਰਾਂਗਾ, ਤੇ ਵੀ ਉੱਥੇ ਰਹਿੰਦਾ, ਹਰ ਮੱਸਿਆ ਜਾਂ ਸੰਗਰਾਂਦ ਨੂੰ ਉਹ ਥੌਲਾ ਪਾਉਂਦਾ ਜਾਂ ਧਾਗਾ ਕਰਦਾ। ਤੇ ਇਹ ਚੀਜ਼ਾਂ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਵੀ ਚੱਲੀ ਜਾ ਰਹੀਆਂ। ਅਸਲ ਸਾਡੀ ਮੰਗਣ ਦੀ ਥਿਊਰੀ ਜਿਹੜੀ ਸਾਨੂੰ ਕਹੀ ਸੀ, ਮਹਾਰਾਜ ਨੇ ਕਿਹਾ ਸੀ ਜੀਵਨ ਮੰਗਣਾ ਹੈ। ਜਦੋਂ ਮੱਥਾ ਟੇਕਣ ਜਾਂਦੇ ਅਸੀਂ ਜੀਵਨ ਮੰਗਣਾ ਹੁੰਦਾ ਸੀ ਵੀ ਸਾਨੂੰ ਜੀਵਨ ਦਈ, ਅਸੀਂ ਆਪਦੇ ਕਰੈਕਟਰ ਤੇ ਰਹੀਏ, ਆਪਦੇ ਜੀਵਨ ਤੇ ਰਹੀਏ। ਅਸੀਂ ਉਹ ਤਾਂ ਮੰਗਦੇ ਹੀ ਨਹੀਂ ਹੁਣ ਕੋਈ। ਅਸੀਂ ਹੋ ਗਏ ਲਾਲਚੀ। ਅਸੀਂ ਹਰ ਵਾਰੀ ਲਿਸਟ ਲੈ ਕੇ ਜਾਂਦੇ ਬਾਬੇ ਕੋਲੇ, ਰੁਪਈਏ 10 ਟੇਕਦੇ ਹਾਂ ਤੇ 10 ਮੰਗਾਂ ਉਹਦੇ ਕੋਲੇ ਰੱਖ ਦਿੰਦੇ ਹਾਂ। ਜੇ ਤਾਂ ਪੁੱਗਦੀਆਂ ਐ 10 ਦਿਨਾਂ 'ਚ ਅਸੀਂ ਬਾਬੇ ਦੇ ਮੂੰਹ ਕੰਨੀ ਵੇਹਨੇ ਆ ਸਾਰੇ ਵੀ ਜੇ ਤਾਂ 10 ਦਿਨਾਂ 'ਚ ਪਗਾਤੀ ਬਾਬੇ ਨੇ ਤਾਂ ਠੀਕ ਆ, ਨਹੀਂ ਅਸੀਂ ਬਾਬਾ ਬਦਲ ਲੈਂਦੇ ਹਾਂ। ਬਿਲਕੁਲ। ਇਹ ਤਾਂ ਸਾਡੇ ਤੇ ਡਿਪੈਂਡ ਆ। ਹੁਣ ਜੇ ਆਪਾਂ ਕਹੀਏ ਬਾਣੀ ਨੂੰ ਝੂਠੀ ਕਰ ਦਈਏ ਜਾਂ ਬਾਣੀ ਨੂੰ ਆਏ ਹੋ ਜੂ, ਬਾਣੀ ਤਾਂ ਸਵਸਥਾ ਉਹ ਤਾਂ ਹਮੇਸ਼ਾ ਵਰਤ ਰਹੀ ਹੈ। ਜੇ ਬਾਣੀ ਨਾ ਹੁੰਦੀ ਤਾਂ ਜਿਹੜਾ ਕੁਛ ਅੱਜ ਆਪਾਂ ਸੁੱਖ ਸਹੂਲਤਾਂ ਲਈ ਜਾਂਦੇ ਮੈਨੂੰ ਤਾਂ ਲੱਗਦਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੈਂ ਆਪਣਾ ਸੁੱਖ ਤੋਹੇ ਨਵਾਜਾ, ਉਹ ਤਾਂ ਸਾਨੂੰ ਸੁੱਖ ਦੇ ਕੇ ਗਏ ਸੀ ਆਪਦਾ, ਇਹ ਪੰਥ ਸਾਜ ਕੇ ਗਏ ਸੀ। ਜੇ ਅਸੀਂ ਪੰਥ ਵਾਲੇ ਗੰਦ ਪਾਉਣ ਨੂੰ ਹੋ ਗਏ, ਉਹ ਸਾਡੇ 'ਚ ਹੀ ਨੁਕਸ ਆ, ਕਿਸੇ 'ਚ ਨਹੀਂ ਨੁਕਸ।
ਸਭ ਸਿੱਖਨ ਕੋ ਹੁਕਮ ਹੈ ਪ੍ਰਭੂ ਮਾਨਿਓ ਗ੍ਰੰਥ ਗੁਰੂ ਗ੍ਰੰਥੀ ਮਾਨਿਓ ਪ੍ਰਗਟ ਗੁਰਾਂ ਕੀਤੇ। ਤੇ ਅੱਜ ਜਿਹੜੀ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਨੂੰ ਮੰਨਣ ਦੀ ਗੱਲ ਕੀਤੀ ਸੀ, ਅਸਲੀ ਹਾਜ਼ਰ ਨਾਜ਼ਰ ਗੁਰੂ ਸਮਝਣ ਦੀ ਗੱਲ ਕਹੀ ਆ, ਅੱਜ ਅਸੀਂ ਬਹੁਤ ਸਾਰੇ ਜਿਹੜੇ ਇਨਸਾਨ ਦੀ ਜਿਹੜੀ ਬੁੱਤ ਪ੍ਰਸਤੀ ਦੇ ਪਿੱਛੇ ਖਾਸ ਕਰਕੇ ਬਹੁਤ ਸਾਰੀਆਂ ਜਗ੍ਹਾ ਤੇ ਜਦੋਂ ਜਾਂਦੇ ਹਾਂ ਆਪਾਂ ਦੇਖਦੇ ਹਾਂ ਕਿ ਫਲਾਨਾ ਬਾਬਾ ਉੱਥੇ ਬੈਠਾ, ਉੱਥੇ ਫਲਾਨੇ ਬਾਬਾ ਜੀ ਬੈਠੇ ਆ। ਉਹ ਜਿਹੜੀ ਸਾਡੇ ਵਿੱਚ ਇੱਕ ਜਿਹੜੀ ਦੀਵਾਰ ਖੜੀ ਹੋ ਗਈ ਆ ਵੀ ਅੱਗੇ ਜਿਹੜਾ ਸ਼ਬਦ ਗੁਰੂ ਆ ਉਹ ਉੱਥੇ ਤੱਕ ਪਹੁੰਚਣ ਦੇ ਵਿੱਚ ਅਸੀਂ ਹਲੇ ਵੀ ਜ਼ਿਆਦਾ ਕਾਮਯਾਬ ਨਹੀਂ ਹੋਏ, ਮੈਨੂੰ ਲੱਗਦਾ। ਇਸੇ ਗੱਲ ਜੀ ਨਾ ਹੋਏ, ਅਸੀਂ ਭਾਲਦੇ ਹਾਂ ਵੀ ਮੂਹਰੋਂ ਜਵਾਬ ਦੇਵੇ ਗੁਰੂ, ਨਾਲ ਦੀ ਨਾਲ ਕੋਈ ਹੱਲ ਲੱਭਦੇ ਆ ਨਾਲ ਦੀ ਨਾਲ। ਅਸੀਂ ਗੁਰੂ ਨੂੰ ਗੁਰੂ ਮੰਨਦੇ ਹਾਂ, ਪਰ ਗੁਰੂ ਦੀ ਮੰਨਦੇ ਕੋਈ ਨਹੀਂ। ਬਾਈ ਬਿੱਟੂ ਮਾਫ ਕਰਿਓ, ਉਸ ਵਿੱਚ ਹੀ ਮੈਂ ਆ, ਵਿੱਚ ਹੀ ਤੁਸੀਂ। ਜੀ ਜੀ, ਇਹ ਗੱਲ ਸੱਚੀ ਆ, ਗੱਲ ਜਮਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਵੀ ਸਾਡਾ ਗੁਰੂ ਆ, ਬਿਲਕੁਲ, ਪਰ ਮੰਨਣੀ ਅਸੀਂ ਤੇਰੀ ਕੋਈ ਨਹੀਂ। ਨਾਲੇ ਵੀ ਗੱਲ ਕਹਿੰਦੇ ਆ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨ ਲਈਏ ਫਿਰ ਤਾਂ ਜਿਹੜੇ ਆ ਕਲੇਸ਼ ਪਈ ਜਾਂਦੇ ਆ ਹੁਣ ਸਾਡੀ ਕੌਮ 'ਚ ਹੀ। ਮਿਸਲ ਰਾਜ ਤੁਸੀਂ ਪੜ੍ਹਿਆ ਹੋਊਗਾ ਆਪ, ਸਿੱਖ ਮਿਸਲ ਰਾਜ ਵੇਲੇ ਕੀ ਹੁੰਦਾ ਸੀ? ਉਦੋਂ ਵੀ ਵਖਰੇਵੇਂ ਤਾਂ ਆਪਣੇ ਐਂ ਹੀ ਚੱਲੀ ਜਾਂਦੇ ਸੀ ਜਿਵੇਂ ਹੁਣ ਚੱਲੀ ਜਾਂਦੇ ਆ, ਪਰ ਜਦੋਂ ਬਾਹਰਲਾ ਹਮਲਾਵਰ ਕੋਈ ਸਾਡੇ ਤੇ ਪੈਂਦਾ ਸੀ ਉਦੋਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ। ਹੁਣ ਸਾਡੇ ਕੋਲੇ ਬਾਹਰਲੇ ਦੁਸ਼ਮਣ ਪਏ ਵਿਆ। ਸਿਆਣੀ ਹੋਣਾ ਚਾਹੀਦਾ, ਕੌਮ ਨੂੰ ਇੱਕ ਹੋਣਾ ਚਾਹੀਦਾ। ਜਿੰਨਾ ਚਿਰ ਇੱਕ ਨਹੀਂ ਹੁੰਦੇ ਉਹਨਾਂ ਚਿਰ ਮਰਾਂਗੇ। ਬਿਲਕੁਲ, ਇਹ ਗੱਲ ਸੱਚ ਆ। ਕਦੇ ਕਦੇ ਗੱਲ ਉੱਠਦੀ ਆ, ਮੇਰੇ ਸਵਾਲ ਤੁਹਾਨੂੰ ਜਿਹੜੇ ਉਹੀ ਹੋਣਗੇ ਜਿਹੜੇ ਲੋਕਾਂ ਦੇ ਵਿੱਚ ਆਮ ਸੁਣਨ ਨੂੰ ਮਿਲਦੇ ਨੇ। ਤੇ ਕਦੇ ਕਦੇ ਗੱਲ ਉੱਠਦੀ ਆ ਕਿ ਅਸੀਂ ਗੁਰਦੁਆਰਿਆਂ ਤੇ ਬਹੁਤ ਸੰਗਮਰਮਰ ਲਾਈ ਜਾ ਰਹੇ ਹਾਂ, ਅਸੀਂ ਫਲਾਨੀਆਂ ਜਗ੍ਹਾ ਤੇ ਬਹੁਤ ਜ਼ਿਆਦਾ ਖਰਚ ਕਰ ਰਹੇ ਹਾਂ, ਤੇ ਅਸੀਂ ਇਹ ਨਹੀਂ ਕਰਦੇ, ਅਸੀਂ ਆਹ ਨਹੀਂ ਕਰਦੇ। ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਮੈਂ ਖੁਦ ਇੱਕ ਸ਼੍ਰੋਮਣੀ ਕਮੇਟੀ ਦੇ ਕਾਲਜ ਦੇ ਵਿੱਚ ਪੜ੍ਹਿਆ, ਮੈਂ ਪੱਤਰਕਾਰੀ ਦੀ ਪੜ੍ਹਾਈ ਉੱਥੋਂ ਕੀਤੀ। ਸ਼ਾਇਦ ਮੈਨੂੰ ਕਿਤੇ ਹੋਰ ਐਡਮਿਸ਼ਨ ਨਾ ਮਿਲਦੀ ਜਿਹੜੀ ਮੈਨੂੰ ਉੱਥੇ ਮਿਲੀ ਜਾ ਕੇ। ਤੇ ਬੇਸ਼ੱਕ ਅਸੀਂ ਸਵਾਲ ਜ਼ਿਆਦਾ ਉਠਾਉਂਦੇ ਆ, ਪਰ ਤੁਹਾਨੂੰ ਲੱਗਦਾ ਵੀ ਨਾਲ ਦੀ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਆ ਜਾਂ ਸ਼ਬਦ ਦਾ ਪ੍ਰਚਾਰ ਆ ਜਿਹੜਾ ਉਹ 'ਚ ਥੋੜਾ ਜਿਹਾ ਤਾਂ ਕਿਤੇ ਅਸੀਂ ਪਿੱਛੇ ਰਹਿ ਰਹੇ ਹਾਂ? ਨਹੀਂ, ਉਹ ਤਾਂ ਇੱਕ ਆਪ ਦੀ ਅਣਗਹਿਲੀ ਵੀ ਹੁੰਦੀ ਆ। ਚਲੋ ਜਮਾਤ ਨੂੰ ਤਾਂ ਤੁਸੀਂ ਹਰ ਵਾਰੀ ਦੋਸ਼ੀ ਕਹਿਣਾ ਹੀ ਕਹਿਣਾ ਹੈ ਵੀ ਜਮਾਤ ਦੋਸ਼ੀ ਆ ਜੀ, ਉਹਨੇ ਕੋਈ ਉਦਮ ਉਪਰਾਲਾ ਨਹੀਂ ਕੀਤਾ। ਹਾਲਾਂਕਿ ਜਿੰਨੇ ਉਦਮ ਉਪਰਾਲੇ ਸ਼੍ਰੋਮਣੀ ਕਮੇਟੀ ਕਰਦੀ ਆ ਜਾਂ ਕਰ ਰਹੀ ਆ, ਉਹ ਕਿਸੇ ਉਹਦੇ ਮਤਲਬ ਦੇਖਣ 'ਚ ਨਹੀਂ ਆਉਂਦਾ। ਉਹਨੂੰ ਕੋਈ ਸ਼ੇਅਰ ਦਾ ਗੂਠਾ ਵੀ ਨਹੀਂ ਨੱਪਦਾ ਜੇ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਹੋਵੇ, ਹੈ ਨਾ। ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੀ ਘਾਟ ਤਾਂ ਹੁਣ ਆਪਾਂ 3 ਭਰਾ ਬੈਠੇ ਹਾਂ ਘਰੇ, ਆਪਾਂ ਨੂੰ ਪਤਾ ਵੀ 30 ਕਿੱਲੇ ਆਪਣੇ ਕੋਲ। ਜੀ ਜੀ ਜੀ, ਜਦੋਂ 30 ਕਿੱਲਿਆਂ ਨੂੰ ਆਪਾਂ ਵੰਡਣਾ ਹੈ, ਆਪਾਂ ਕਹਿੰਦੇ 10-10 ਭਾਪਾ ਸਾਡੇ 'ਚ ਵੰਡ ਦੇ, ਪਰ ਉਦੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਨਹੀਂ ਵਿੱਚ ਸਾਧਦੇ। ਬਿਲਕੁਲ, ਉੱਥੇ ਆ ਕੇ ਗੱਲ ਇਹ ਹੋ ਜਾਂਦੀ ਹੈ ਵੀ ਇਹ ਤਾਂ ਸਾਡਾ ਹੱਕ ਹੈ ਜੀ। ਤੇ ਫਿਰ ਮੈਨੂੰ ਆਪਾਂ ਸਾਰੇ ਜਣੇ ਕਲੀਅਰ ਕਰੋ ਵੀ ਆਪਾਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਆ? ਬਿਲਕੁਲ, ਇਹ ਤਾਂ ਸਾਡੀ ਆਜ਼ਾਦੀ ਹੈ। ਅਸੀਂ ਚੁਣ ਕੇ ਉੱਥੇ ਭੇਜੇ ਆ ਉਹਨਾਂ ਨੂੰ, ਅਸੀਂ ਮੈਂਬਰ ਬਣਾਉਣੇ, ਉਹਨਾਂ ਦਾ ਹਾਊਸ ਬਣਾਉਣੇ ਆ। ਮੈਂਬਰਾਂ ਨੇ ਗਾਂ ਪ੍ਰਧਾਨ ਚੁਣ ਦੇਣਾ, ਪ੍ਰਧਾਨ ਨੇ ਗਾਂ ਆਪਦੀ ਸਿਫਾਰਿਸ਼ ਵਾਲੇ ਮੁਲਾਜ਼ਮ ਰੱਖ ਲੈਣੇ, ਤੇ ਫਿਰ ਇਹ ਕੁਛ ਹੀ ਹੋਣਾ। ਬਿਲਕੁਲ, ਤੇ ਸਭ ਕੁਛ ਆਪਣੇ ਆਪਦੇ ਵੱਸ ਆ। ਸ਼੍ਰੋਮਣੀ ਕਮੇਟੀ ਨੂੰ ਠੀਕ ਆ, ਟਾਰਗੇਟ ਕਰੀ ਜਾਓ, ਕਰੀ ਜਾਂਦੇ ਆ, ਕਰਦੇ ਰਹਿਣਗੇ, ਇਹ ਵੀ ਮੈਨੂੰ ਪਤਾ। ਪਰ ਸ਼੍ਰੋਮਣੀ ਕਮੇਟੀ ਦਾ ਇੰਨਾ ਰੋਲ ਨਹੀਂ ਜਿੰਨਾ ਅਸੀਂ ਆਪ ਕਹਿੰਦੇ ਵੀ ਅਸੀਂ ਤਾਂ। ਤੁਸੀਂ ਆਮ ਗੱਲਾਂ 'ਚ ਨਾ ਦੇਖਦੇ ਹੋਵੋਗੇ, ਆਮ ਸਮਾਜ ਵਿੱਚ ਜੀ 2 ਸ਼ਬਦ ਤੁਸੀਂ ਆਮ ਵੇਂਦੇ ਹੋਵੋਗੇ, ਸਤਿ ਸ਼੍ਰੀ ਅਕਾਲ ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਬਿਲਕੁਲ। ਤੂੰ ਆਪ ਪੜ੍ਹਿਆ ਲਿਖਿਆ ਮੁੰਡਾ ਬਿੱਟੂ, ਤੂੰ ਮੈਨੂੰ ਸਤਿ ਸ਼੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਦੀ ਸ਼ਬਦਾਰਥ ਕੀ ਆ ਇਹ ਮੈਨੂੰ ਪਤਾ ਲੱਗ ਜੇ ਤਾਂ ਮੈਂ ਤੇਰਾ ਧੰਨਵਾਦੀ। ਮੈਂ ਬਾਹਲਾਂ ਤੋਂ ਪੁੱਛਿਆ। ਸਾਨੂੰ ਜਿਹੜੀ ਗੱਲ ਕਹੀ ਸੀ ਸਤਿ ਸ਼੍ਰੀ ਅਕਾਲ, ਬਿਲਕੁਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੌਣ ਕਹਿੰਦਾ ਹੈ? ਟੁੱਟੀ ਤਾਂ ਅਸੀਂ ਆਪ ਜਾਂਦੇ ਭਾਸ਼ਾ ਨਾਲੋਂ। ਜਿੱਥੇ ਸਾਈਨ ਕਰਨੇ ਆ ਇੰਗਲਿਸ਼ 'ਚ ਕਰਨੇ ਆ। ਜੇ ਕਦੇ ਕੋਈ ਗੁਰਮੁਖੀ ਤੇ 10 ਤੱਕ ਲਿਖਣਾ ਉਹਦਾ ਇੱਕ ਦੋ ਨੀਵੀਆਂ ਪਾ ਜਾਂਦੇ ਆ। ਬਾਣੀ ਦਾ ਅਸੀਂ ਤਾਂ ਨਹੀਂ ਪੜ੍ਹਦੇ, ਸਾਨੂੰ ਪਾਪ ਲੱਗਦਾ। ਫਿਰ ਕਦੋਂ ਤੱਕ ਐਂ ਭੱਜੋਗੇ ਪੋਥੀਆਂ ਤੋਂ? ਬਿਲਕੁਲ, ਪਰ ਪੋਥੀ ਪਰਮੇਸ਼ਰ ਕਾ ਥਾਨ ਆ, ਮੋਬਾਈਲ ਨਹੀਂ ਪਰਮੇਸ਼ਰ ਕਾ ਥਾਨ। ਮੋਬਾਈਲ ਤੋਂ ਪਾਠ ਕਰਨਾ ਤਾਂ ਤੋੜਨ ਵਾਲੀ ਚੀਜ਼ ਹੈ। ਪਰ ਅੱਜ ਕੱਲ੍ਹ ਆਮ ਵੇਖਦੇ ਆ ਗੁਰੂ ਘਰਾਂ ਦੇ ਵਿੱਚ ਵੀ ਸੰਗਤ ਬੈਠੀ ਮੋਬਾਈਲ ਤੋਂ ਪਾਠ ਕਰ ਰਹੇ ਹੁੰਦੇ, ਬੱਸਾਂ ਦੇ ਵਿੱਚ ਵੀ ਵੇਖਦੇ ਆ। ਸਰਾਸਰ ਗਲਤ ਆ। ਬੱਸ 'ਚ ਹੁਣ ਜਿਹੜਾ ਹੁਣ ਤੁਹਾਡੇ ਨਾਲ ਸੀਟ ਤੇ ਬੈਠਾ ਉਹਦੇ ਜੇਬ 'ਚ ਤੰਬਾਕੂ ਵੀ ਹੋਊਗਾ। ਆਪਾਂ ਨੂੰ ਕੀ ਪਤਾ ਵੀ ਸਾਰੇ ਇੱਕੋ ਜਿਹੇ ਬੈਠੇ ਆ ਉੱਥੇ, ਸਭ ਦੇ ਜੋੜੇ ਵੀ ਪਾਏ ਵੇ। ਫਿਰ ਇਹਦਾ ਮਤਲਬ ਮਰਜ਼ਾਦਾ ਅਸੀਂ ਆਪ ਭੁੱਲਦੇ ਜਾਂਦੇ ਹਾਂ, ਤਾਂ ਹੀ ਅਸੀਂ ਰੁਲਦੇ ਜਾਂਦੇ ਹਾਂ। ਬਿਲਕੁਲ, ਉਹਨੇ ਰਹਿਤ ਪਿਆਰੀ ਕਿਹਾ ਸੀ, ਸਿੱਖ ਨਹੀਂ ਪਿਆਰਾ ਕਿਹਾ। ਰਹਿਤ ਪਿਆਰੀ ਆ ਉਹਨੂੰ, ਰਹਿਤ ਕਿਸੇ ਦੇ ਕੋਲੇ ਹੈ ਨਹੀਂ। ਪਛਾਣ ਨੂੰ ਅਸੀਂ ਜਾਂਦੇ। ਜੇ ਕੋਈ ਕਹਿੰਦਾ ਸਿੱਖੀ ਦਾ ਬੇੜਾ ਕਰਕੇ ਗਿਆ, ਸਿੱਖੀ ਦਾ ਬੇੜਾ ਨਹੀਂ ਕਰਕੇ ਸਕਦਾ, ਸਿੱਖਾਂ ਦਾ ਬੇੜਾ ਕਰਕੇ ਗਿਆ। ਸਿੱਖਾਂ ਦਾ ਬੇੜਾ, ਸਿੱਖੀ ਦਾ ਆਪਦੀ ਥਾਂ ਸਥੈਰਾ। ਸਿੱਖੀ ਦਾ ਕਮਾਉਣੀ ਔਖੀ ਹੈ। ਬਿਲਕੁਲ, ਉਹਦਾ ਨਾ ਤਾਂ ਕਿਸੇ ਨੂੰ ਦਿਖਾਉਣ ਦੀ ਆ, ਨਾ ਚਲਾਉਣ ਦੀ ਆ। ਇਹ ਤਾਂ ਕਮਾਉਣ ਦੀ ਆ। ਕਮਾਉਂਦਾ ਕੋਈ ਨਹੀਂ। ਮੈਥੋਂ ਵੀ ਨਹੀਂ ਕਮਾਈ ਜਾਂਦੀ, ਮੈਂ ਵੀ ਆ ਨਾ। ਜਿਹੜੀ ਗੱਲ ਉਹਨੇ ਕਹੀ ਆ ਵੀ ਇਹ ਕਮਾਉਣੀ ਆ, ਗੁਰੂ ਗੋਬਿੰਦ ਸਿੰਘ ਨੇ ਸਾਰਾ ਕੁਝ ਸਾਡੇ ਤੋਂ ਵਾਰਿਆ ਸੀ। ਜੀਵਤ ਕਈ ਹਜ਼ਾਰ ਸਾਡੇ ਕਿਨੇ ਉਂਗਲ ਕਰਕੇ ਕਿਹਾ ਸੀ, ਸਾਥੋਂ ਜੀਵਾ ਹੀ ਨਹੀਂ ਗਿਆ ਜੀ। ਪਤਾ ਨਹੀਂ ਕੀ ਘਾਟ ਆ ਸਾਡੇ 'ਚ। ਗੁਰੂ ਮਹਾਰਾਜ ਦਾ ਪ੍ਰਚਾਰ ਆ ਜਿਹੜਾ ਉਸੇ ਸਮੇਂ ਤੋਂ ਹੀ ਹੁੰਦਾ ਆ ਰਿਹਾ। ਸਮੇਂ-ਸਮੇਂ ਤੇ ਸੰਤ ਭਗਤ ਜਾਗਰੂਕ ਲੋਕ ਵੀ ਅੱਗੇ ਆਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੋਕਾਂ 'ਚ ਲਿਜਾਣ ਦੀ ਕੋਸ਼ਿਸ਼ ਕੀਤੀ ਕਿ ਅਰਥ ਜਿਹੜੇ ਸਮਝਾਏ ਜਾਣ। ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਸਮਾਜ ਦਾ ਜਦੋਂ ਅਸੀਂ ਨਜ਼ਰੀਆ ਵੇਖਦੇ ਹਾਂ ਪਿੰਡਾਂ ਦੇ ਵਿੱਚ ਤਾਂ ਪਤਾ ਲੱਗਦਾ ਕਿ ਫਲਾਨਾ ਪਰਿਵਾਰ ਫਲਾਨੇ ਡੇਰੇ 'ਚ ਜਾਂਦਾ, ਫਲਾਨਾ ਪਰਿਵਾਰ ਫਲਾਨੇ ਬਾਬੇ ਦੇ ਜਾਂਦਾ, ਫਲਾਨੇ ਪਰਿਵਾਰ ਵਾਲਿਆਂ ਦੇ ਅੱਜ ਫਲਾਨੇ ਡੇਰੇ ਵਾਲੇ ਬਾਬਿਆਂ ਨੇ ਆਉਣਾ, ਅੱਜ ਸਮਾਗਮ ਕਰਾਉਣਾ।
ਇਹ ਜਿਹੜੇ ਡੇਰਾਬਾਦ ਆ ਇਹ ਇਵੇਂ ਰਹੂਗਾ ਜਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਸਿੱਖ ਆ ਸੁਚੇਤ ਹੋ ਰਹੇ ਨੇ ਜਾਂ ਹੋਣਗੇ? ਵਾਹਿਗੁਰੂ ਕਰੇ ਤੁਹਾਡੇ ਘਿਓ ਸ਼ੱਕਰ ਮੂੰਹ 'ਚ ਪਵੇ। ਉੱਠਣਾ ਤਾਂ ਯੂਥ ਨੇ ਆ ਜੀ, ਯੂਥ ਨੇ ਡੇਰੇ ਬੰਦ ਕਰਨੇ ਆ। ਤੁਸੀਂ ਤਾਂ ਪਰਿਵਾਰ ਕਹਿੰਦੇ ਹੋ ਨਾ ਵੀ ਅੱਡੋ ਅੱਡ ਪਰਿਵਾਰ, ਇੱਕ ਪਰਿਵਾਰ ਦੀ 10-10 ਬਾਬੇ ਆ। ਜੇ 10 ਜੀ ਆ ਤਾਂ 10 ਦੇ 10 ਬਾਬੇ ਆ। ਉਹ ਕਹਿੰਦਾ ਮੈਂ ਫਲਾਣੇ ਬਾਬੇ ਦੇ ਜਾਣਾ, ਦੂਜਾ ਕਹਿੰਦਾ ਮੈਂ ਫਲਾਣੇ ਦੇ ਜਾਣਾ। ਜੇ ਕਹੀਏ ਵੀ ਸਾਡੇ ਦਰਬਾਰ ਨਹੀਂ ਲੱਗਦਾ, ਸਾਡੇ ਪਿੰਡਾਂ 'ਚ ਨਿਆਂ ਨਹੀਂ ਹੋ ਰਹੇ, ਦਰਬਾਰ ਤਾਂ ਹਰ ਪਿੰਡ 'ਚ ਲੱਗਦਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੀ ਲੱਗਦਾ ਡੇਲੀ। ਉੱਥੇ ਤਾਂ ਅਸੀਂ ਜਾਣਾ ਨਹੀਂ, ਉਦੋਂ ਤਾਂ ਜੁੱਲ ਨੱਪ ਲੈਣੇ ਆ। ਉਹ ਤਾਂ ਇਹ ਕਹਿਣਾ ਵੀ ਨਹੀਂ ਸਾਨੂੰ ਨੀਂਦ ਪਿਆਰੀ ਆ, ਅਸੀਂ ਨਹੀਂ ਨਿਸਦਿਆਂ ਜਾ ਸਕਦੇ। ਫਿਰ ਜੇ ਕਲਾਸ 'ਚ ਕੋਈ ਜਾਊਗਾ ਤਾਂ ਅਟੈਂਡੈਂਸ ਉਹਦੇ ਕੋਈ ਲੱਗਣੀ ਆ। ਬਿਲਕੁਲ। ਜੇ ਹੁਣ ਕਲਾਸ 'ਚ ਹੀ ਨਹੀਂ ਜਾਣਾ, ਹਾਜ਼ਰੀ ਸਾਡੀ ਲੱਗਣੀ ਨਹੀਂ, ਤੇ ਅਸੀਂ ਕਹਿੰਦੇ ਵੀ ਅਸੀਂ BA MA ਕਰ ਜਗੇ ਤੇ ਡਿਗਰੀਆਂ ਲੈ ਲਗੇ, ਡਿਗਰੀਆਂ ਕਿੱਥੇ ਮਿਲਣੀਆਂ ਬਾਬਾ? ਫਿਰ ਤਾਂ ਇੱਥੇ ਕੁਛ ਹੀ ਹੈ ਸਰ। ਬਿਲਕੁਲ। ਸਾਡੇ 'ਚ ਹੀ ਘੱਟ ਆ ਉਹਦੇ 'ਚ। ਜਦੋਂ ਕਿਤੇ ਗੱਲ ਹੁੰਦੀ ਹੈਗੀ ਸਾਡੇ ਸਿੱਖਾਂ ਦੇ ਵਿੱਚ, ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਵੋਟਾਂ ਵੇਲੇ ਜਿਹੜਾ ਉਹ ਵਰਤਿਆ ਜਾਂਦਾ ਗਾ, ਸਾਨੂੰ ਬੋਤਲਾਂ ਦੇ ਨਾਲ ਵੀ ਕਿਤੇ ਨਾ ਕਿਤੇ ਲੈ ਜਾਇਆ ਜਾਂਦਾ। ਅੱਜ ਅਸੀਂ ਵੋਟ ਪਾਉਣ ਲੱਗੇ ਉਸ ਸਮੇਂ ਨਹੀਂ ਵੇਖਦੇ ਹੁੰਦੇ ਵੀ ਸਾਡੇ ਗੁਰੂ ਮਹਾਰਾਜ ਦਾ ਕੀ ਸੰਦੇਸ਼ ਸੀ, ਕੀ ਉਪਦੇਸ਼ ਸੀ। ਉਸ ਤੋਂ ਬਾਅਦ ਅਸੀਂ ਕਿਤੇ ਨਾ ਕਿਤੇ ਜਿਹੜੇ ਪੰਜਾਬੀ, ਮੈਂ ਉਸੇ ਗੱਲ ਤੇ ਸਮਾਜ ਦੀ ਗੱਲ ਤੇ ਤੁਹਾਡੇ ਤੋਂ ਸਵਾਲ ਲੈ ਕੇ ਆਉਣਾ, ਕਿਤੇ ਨਾ ਕਿਤੇ ਅਸੀਂ ਫਿਰ ਮਹਿਸੂਸ ਕਰਦੇ ਹਾਂ ਕਿ ਫਿਰ ਪ੍ਰਮਾਤਮਾ ਅੱਗੇ ਆਉਂਦੇ ਹਾਂ ਕਿ ਸਾਡੀ ਸਰਕਾਰ ਮਾੜੀ ਆ, ਮਹਾਰਾਜ ਤੂੰ ਸਾਡਾ ਜਵਾਕ ਜ਼ਰੂਰ ਬਾਹਰ ਭੇਜ ਦੇ, ਇੱਥੇ ਦਾ ਤਾਂ ਸਿਸਟਮ ਹੀ ਗੰਦਾ। ਪਹਿਲਾਂ ਅਸੀਂ ਸਿਸਟਮ ਖੁਦ ਹੀ ਬਣਾਉਣ 'ਚ ਆਪ ਜ਼ਿੰਮੇਵਾਰ ਹੁੰਦੇ ਹਾਂ। ਬਿਲਕੁਲ ਜੀ, ਇਹ ਤਾਂ ਆਪਦੇ ਹੱਥੀਂ ਪਰੋਸਿਆ ਆਪਾਂ ਸਾਰਾ ਕੁਛ। ਹੁਣ ਆਪਣੀ ਨਵੀਂ ਪੀੜ੍ਹੀ ਆ ਜਿਹੜੀ 21ਵੀਂ ਜਨਰੇਸ਼ਨ ਆ ਕਹਿ ਲਓ, ਇਹ ਤਾਂ ਸਾਰੀ ਬਾਹਰ ਗਈ ਤੇ ਸਾਡੇ ਬਜ਼ੁਰਗਾਂ ਦਾ ਪੈਸਾ ਵੀ ਲੈ ਗਈ। ਜੀ ਜੀ। ਪੰਜਾਬ 'ਚ ਕੀ ਛੱਡ ਕੇ ਗਏ ਆ? ਧਰਨੇ ਆ ਜਿਹੜੇ ਹੁਣ ਆਪਾਂ ਲਾਈ ਜਾਂਦੇ ਹਾਂ। ਬਿਲਕੁਲ। ਤੇ ਜੇ ਹੁਣ ਵੀ ਨਾ ਸੰਭਲੇ, ਹਜੇ ਵੀ ਨਾ ਕੋਈ ਸੁਧਰੇ, ਤੁਹਾਡੇ ਮੈਂ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜੇ ਹਜੇ ਵੀ ਆਪਾਂ ਨਾ ਸੰਭਲੇ, ਹਜੇ ਵੀ ਆਪਾਂ ਆਪਦੀ ਬੋਲੀ ਤੋਂ ਭੱਜਦੇ ਰਹੇ, ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਰਹੇ, ਵੀ ਸਾਨੂੰ ਕੀ? ਛੋਟੀ ਜੀ ਗੱਲ ਆ ਜੀ, ਕਣਕ ਨੂੰ ਅੱਗ ਲੱਗਦੀ ਹੈ ਨਾ, ਵੈਸੇ ਤਾਂ ਤੰਦਰੁਸਤ ਰੱਖੇ ਮਹਾਰਾਜ ਸਭ ਨੂੰ, ਸਭ ਦੀ ਫਸਲ ਬੜੀ ਚੜ੍ਹਦੀ ਕਲਾ 'ਚ ਰਵੇ, ਪਰ ਕਦੇ ਅਣਸਖਾਵੀਂ ਵਾਪਰਦੀ ਆ, ਕਿਸੇ ਪਿੰਡ 'ਚ ਵਾਪਰ ਸਕਦੀ। ਬਿਲਕੁਲ। ਜਦੋਂ ਕਣਕ ਨੂੰ ਅੱਗ ਲੱਗਦੀ ਆ, ਕੋਈ ਹਮਦਰਦੀ ਨੂੰ ਨਹੀਂ ਭਜਦਾ, ਵੀਰੋ ਮਾਫ ਕਰਿਓ, ਉਹ ਹੁੰਦਾ ਵੀ ਸਾਡੇ ਲੱਗੂ ਤਾਂ ਬੁਝਾਉਂਦੇ ਆ। ਬਿਲਕੁਲ। ਕੀ ਕਰੋਗੇ ਉੱਥੇ? ਜ਼ਿੰਮੇਵਾਰੀ ਤਾਂ ਆਪ ਨੂੰ ਚੱਕਣੀ ਪੈਣੀ, ਆਪ ਹੀ ਜ਼ਿੰਮੇਵਾਰ ਹੋਈਏ ਅਸੀਂ, ਸਾਨੂੰ ਆਪ ਦਾ ਆਪ ਖੋਜਣਾ ਪੈਣਾ। ਬਾਣੀ ਆਂਦੀ ਆਪਣਾ ਮੂਲ ਪਛਾਣ, ਪਛਾਣਨਾ ਤਾਂ ਸਾਨੂੰ ਆਪ ਦਾ ਆਪ ਹੀ ਪੈਣਾ। ਅੱਜ ਪਛਾਣ ਲਗੇ ਵਹਿਲ ਆ, ਜੇ ਹੋਰ 2-4 ਸਾਲ ਧੱਕੇ ਖਾ ਕੇ ਪਛਾਣਨਾ ਹੈ ਤਾਂ ਸਾਡੀ ਮਾੜੀ ਕਿਸਮਤ ਆ। ਬਿਲਕੁਲ। ਪਿੱਛੇ ਜੇ ਇੱਕ ਸਮਾਗਮ ਦੇ ਵਿੱਚ ਤੁਸੀਂ ਸੀਗੇ, ਉੱਥੇ ਬਹੁਤ ਸਾਰੇ ਤੁਹਾਡੇ ਕੋਲੇ ਪੱਤਰਕਾਰ ਵੀ ਆਏ ਸੀ ਉਸ ਵਕਤ, ਸੋਸ਼ਲ ਮੀਡੀਆ ਤੇ ਤੁਹਾਡੀ ਜਿਹੜੀ ਉਹ ਵੀਡੀਓ ਵੇਖਣ ਨੂੰ ਮਿਲੀ, ਤੁਸੀਂ ਇੱਕ ਅਰਦਾਸ ਦੇ ਵਿੱਚ ਮੇਰਾ ਖਿਆਲ ਫਾਇਰ ਕੀਤੇ ਸੀਗੇ। ਉਹ ਕੋਈ ਮਨ ਦੇ ਵਿੱਚ ਪਹਿਲਾਂ ਹੀ ਮਿੱਥਿਆ ਹੋਇਆ ਸੀ ਜਾਂ ਕੀ ਮਕਸਦ ਸੀ? ਨਹੀਂ, ਉਹ ਨਾ ਮੈਂ ਵੈਸੇ ਕਲੀਅਰ ਸਭ ਨੂੰ ਕਰ ਹੀ ਦਿੱਤਾ, ਸਭ ਨੂੰ ਪਤਾ ਹੀ ਆ। ਮੈਂ ਦੁਬਾਰੇ ਦੱਸ ਦੇਣਾ, ਰਿਪੀਟ ਕਰਕੇ ਛੋਟਾ ਕਰਕੇ ਉਹਨੂੰ। 3-4 ਪ੍ਰੋਗਰਾਮ ਅਸੀਂ ਭੁਗਤਾਏ ਸੀ ਸਾਰੇ ਸਿੰਘਾਂ ਨੇ ਰਲ ਮਿਲ ਕੇ, ਇਹੀ ਮਨੋਂ ਖੁਸ਼ ਸੀ ਸਾਰੇ ਜੀ ਵੀ ਮਹਾਰਾਜ ਨੇ ਆਪਾਂ ਨੂੰ ਯਾਰ ਤੰਦਰੁਸਤੀ ਵੀ ਰੱਖਿਆ ਤੇ ਪ੍ਰੋਗਰਾਮ ਵੀ ਸਾਰੇ ਨਿਰਵਿਘਨ ਭੁਗਤੇ ਆ। ਉੱਥੇ ਮੇਰੇ ਵੀਰ ਆ ਵੱਡੇ, ਉਹ ਮਿੰਟੂ ਹੋਰੇ ਜੀ, ਜੀ ਮਨੁੱਖਤਾ ਦੀ ਸੇਵਾ ਜੀ, ਉਹਨਾਂ ਨੇ ਵੀ ਅਖੰਡ ਪਾਠ ਸਾਹਿਬ ਰਖਵਾਇਆ ਸੀ ਇਹਨਾਂ ਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ, ਕਿਉਂਕਿ ਐਤਕੀ 550 ਸਾਲਾ ਸੀ, ਸਾਰਿਆਂ 'ਚ ਉਤਸ਼ਾਹ ਸੀ ਹਨਾ। ਮੈਂ ਆਪਦੇ ਪਿੰਡ ਵੀ, ਮੇਰਾ ਪਿੰਡ ਕਣਕਵਾਲ ਆ, ਮੈਂ ਉੱਥੇ ਵੀ ਜਾ ਕੇ ਕਰਕੇ ਆਇਆ ਸੀ ਨਗਰ ਕੀਰਤਨ, ਉਹਦੀ ਵੀ ਮੈਨੂੰ ਖੁਸ਼ੀ ਸੀ ਜੀ। ਬਾਈ ਨੇ ਵੀ ਸਹੀ ਪਾਤੀ ਮਾੜੀ, ਜਿਵੇਂ ਪੁੱਛ ਲਿਆ, ਮੈਂ ਕਿਹਾ ਬਾਈ ਜੀ ਮੇਰਾ ਜੀ ਕਰਦਾ ਮੈਂ ਅਰਦਾਸ 'ਚ ਫੈਰ ਕੱਢ ਦਿਆਂ ਜੀ। ਕਹਿੰਦਾ ਚਲ ਕੱਢ ਦਿਓ। ਮੇਰੇ ਸਿੰਘ ਕੋਲੇ ਕਿਸੇ ਕੋਲੇ ਸੀਗਾ ਆਪਦਾ, ਉਹਦਾ ਲਾਇਸੈਂਸ ਸੀ, ਉਹ ਮੈਂ ਤੋਂ ਲੈ ਕੇ ਕੱਢਤੀ ਸੀ। ਅੱਛਾ ਜੀ, ਉਹ ਆਪਦੀ ਮਨ ਦੀ ਖੁਸ਼ੀ ਸੀ ਮੇਰੀ। ਪਿੰਡਾਂ ਦੇ ਵਿੱਚ ਮੈਂ ਬਹੁਤ ਘੱਟ ਵੇਖਿਆ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਗੁਰਦੁਆਰੇ ਦੇ ਜਿਹੜੇ ਸੇਵਾਦਾਰ ਨੇ ਉੱਥੇ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ, ਉਹ ਹਸਪਤਾਲਾਂ ਦੇ ਵਿੱਚ ਲੰਗਰ ਲੈ ਕੇ ਜਾਣ। ਤੁਹਾਡੇ ਬਾਰੇ ਜਦੋਂ ਮੈਂ ਪਹਿਲੀ ਵਾਰੀ ਜਾਣਿਆ ਸੀ ਤਾਂ ਤੁਹਾਡੀ ਇੱਕ ਫੋਟੋ ਵਾਇਰਲ ਹੋਈ ਸੀ ਜਿਹਦੇ ਵਿੱਚ ਜੀਪ ਦੇ ਵਿੱਚ ਤੁਸੀਂ ਲੰਗਰ ਲੈ ਕੇ ਇੱਕ ਹਸਪਤਾਲ ਜਗਰਾਉਂ ਦੇ ਵਿੱਚ ਪਹੁੰਚੇ ਹੋਏ। ਬਿਲਕੁਲ। ਇਹ ਮਨ ਦੇ ਵਿੱਚ ਕਿਵੇਂ ਸੀਗਾ ਤੁਹਾਡੇ ਕਨਸੈਪਟ? ਇਹ ਮੇਰੇ ਮਨ ਦੀ ਨਹੀਂ ਸੀ ਖੋਜ ਵੀ ਰਿਹਾ ਜੀ। ਇਹ ਨਾ ਮੇਰਾ ਇੱਥੇ ਬੇਲੀ ਹੈ ਇੱਕ ਜੀ, ਤੁਸੀਂ ਜਾਣਦੇ ਹੋਵੋਗੇ, ਮੁੰਡਾ ਮੇਰਾ ਉਹਦਾ ਬੇਲੀ ਆ ਭੋਲਾ, ਤੇ ਉਹਦਾ ਗਾਂ ਮਾਸੀ ਦਾ ਪੋਤਾ ਪਿਰਤਪਾਲ ਸਿੰਘ ਜੀ ਜੀ। ਉਹਦਾ ਕੋਈ ਬੇਲੀ ਇੱਥੇ ਐਡਮਿਟ ਸੀ, ਲੋਹਾਰਾ ਪਿੰਡ ਆ ਸਾਡੇ ਨਾਲ, ਸਰਦਾਰਨੀ ਸੁਖਨਿੰਦਰ ਕੌਰ ਦੇ ਨਾਂ ਤੇ ਉੱਥੇ ਉਹਨਾਂ ਦੇ ਪੁੱਤਾਂ ਨੇ ਹਸਪਤਾਲ ਬਣਾਇਆ ਵਾ ਜੀ ਜੀ। ਉਹਦਾ ਡਿਲੀਵਰ ਕੇਸ ਸੀ ਬੱਚੀ ਦਾ, ਉਹਦੇ ਨਿਆਣਾ ਹੋਣਾ ਸੀ। ਉਹਨੇ ਆਪਦੇ ਬੇਲੀ ਨੂੰ, ਪਿਰਤਪਾਲ ਨੂੰ ਕਿਹਾ, ਕਹਿੰਦਾ ਯਾਰ ਵੀ ਮੇਰੇ ਅੰਨ ਪਾਣੀ ਦਾ ਕੁਛ ਕਰ ਦੇ। ਉਹਦੀ ਸਿੰਘਣੀ ਘਰੇ ਨਹੀਂ ਸੀ, ਉਹ ਵੀ ਗਈ ਵੀ ਸੀ ਆਪਦੇ ਪੇਕਿਆਂ ਨੂੰ। ਉਹ ਕਹਿੰਦਾ ਮੈਂ ਤਾਂ ਨਹੀਂ ਕਰ ਸਕਦਾ, ਮੇਰੀ ਸਿੰਘਣੀ ਘਰੇ ਹੈ ਨਹੀਂ, ਵੀ ਮੇਰਾ ਯਾਰ ਨਿਹੰਗ ਹੈਗਾ, ਉਹਨੂੰ ਮੈਂ ਕਹਿ ਕੇ ਦੇਖ ਲੈਂਦਾ ਵੀ ਉਹ ਪਹੁੰਚਾ ਦੂਗਾ ਇੱਥੇ ਪ੍ਰਸ਼ਾਦਾ। ਉਹਨੇ ਮੇਰੇ ਕੋਲ ਗੱਲ ਕੀਤੀ, ਕਹਿੰਦਾ ਵੀ ਲੋੜਵੰਦ ਆ ਬਈ ਇੱਥੇ ਕੋਈ, ਉਹਨੂੰ ਪ੍ਰਸ਼ਾਦਾ ਚਾਹੀਦਾ 5-7 ਦਿਨ, ਵੀ ਉਹਦੀ ਮਤਲਬ ਬੇਬੀ ਉਹਦੇ ਕੋਲੇ ਹੋਣਾ। ਮੈਂ ਕੋਈ ਨਹੀਂ ਯਾਰ, ਮੇਰੇ ਧੰਨ ਭਾਗ, ਮੈਂ ਪਹਿਲਾਂ ਹੀ ਆਪ ਹੀ ਲੈ ਗਿਆ ਸੀ, 2-3 ਦਿਨ ਮੈਂ ਫੜਾਉਂਦਾ ਰਿਹਾ। ਉਹ ਡਿਲੀਵਰ ਹੋਈ ਬੇਟੀ, ਕੋਈ 5-7 ਦਿਨ ਉਹ ਜਿਉਂਦੀ ਰਹੀ ਵਿਚਾਰੀ ਜੀ। ਉਦੋਂ ਬਾਅਦ ਉਹ ਚੜ੍ਹਾਈ ਕਰ ਗਈ, ਪਰ ਸਾਡੀ ਪਿਰਤ ਪਵਾ ਗਈ। ਉਦੋਂ ਬਾਅਦ ਸਾਡਾ ਜੀ ਨਹੀਂ ਕੀਤਾ ਵੀ ਅਸੀਂ ਉਹਨੂੰ ਇੱਕ ਵੀ ਦਿਨ ਬੰਦ ਕਰ ਗਏ। ਇਹ ਪ੍ਰਥਾ ਚਲਾਉਣ 'ਚ ਜਾਂ ਇਹਨੂੰ ਆਰੰਭਣ 'ਚ ਜਾਂ ਇਹਨੂੰ ਕੰਟੀਨਿਊ ਰੱਖਣ 'ਚ ਬਹੁਤ ਕੁਛ ਮੈਨੂੰ ਸੁਣਨਾ ਪਿਆ, ਬਹੁਤ ਕੁਛ ਝੱਲਣਾ ਵੀ ਪਿਆ, ਬਹੁਤ ਕੁਛ
ਘਰ ਤੱਕ ਵੀ ਪੱਟਣਾ ਪਿਆ। ਪਰ ਮੈਨੂੰ ਲੱਗਦਾ ਯਾਰ ਵੀ ਇਹ ਚੀਜ਼ ਚੰਗੀ ਆ, ਗੁਰਦੁਆਰਾ ਸਾਹਿਬਾਨਾਂ 'ਚੋਂ ਲੋੜਵੰਦਾਂ ਤੱਕ ਪਹੁੰਚਣਾ ਚਾਹੀਦਾ। ਇਸ ਕਰਕੇ ਉਹ ਅੱਜ ਤੱਕ ਨਿਰਵਿਘਨ ਚੱਲ ਰਿਹਾ। ਮਹਾਰਾਜ ਦੀ ਕਿਰਪਾ ਗਾਂਹ ਵੀ ਚੱਲੂਗਾ ਜਿੰਨਾ ਚਿਰ ਘੰਟੀ 'ਚ ਸਾਹ। ਜਦੋਂ ਅਸੀਂ ਇੱਥੇ ਆਏ ਮੈਨੂੰ ਪਹਿਲਾਂ ਵੀ ਇਹ ਗੱਲ ਦਾ ਪਤਾ ਸੀ ਕਿ ਤੁਸੀਂ ਇੱਥੇ ਮੈਨੇਜਰ ਦੇ ਤੌਰ ਤੇ ਜਿਹੜੀ ਆਪਣੀ ਸੇਵਾ ਨਿਭਾ ਰਹੇ ਹੋ। ਜੀ ਜੀ। ਤੇ ਜਦੋਂ ਅਸੀਂ ਆਏ ਤਾਂ ਤੁਸੀਂ ਦੱਸਿਆ ਕਿ ਲੰਗਰ ਲੈ ਕੇ ਗਏ ਸੀ। ਉਸ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗਾ ਸੀ ਤੁਸੀਂ ਧਰਨੇ 'ਚ ਲੰਗਰ ਲੈ ਕੇ ਗਏ ਹੋ। ਜੀ ਜੀ। ਤੇ ਇਹ ਵੀ ਪਤਾ ਲੱਗਿਆ ਸੀ ਕਿ ਪਿੰਡ ਦੇ ਵਿੱਚੋਂ ਤੁਸੀਂ ਖੁਦ ਹੀ ਗਜਾ ਕਰਦੇ ਹੋ ਤੇ ਇਕੱਠਾ ਕਰਦੇ ਹੋ। ਬਹੁਤ ਘੱਟ ਅਜਿਹਾ ਹੁੰਦਾ ਕਿ ਮੈਨੇਜਰ ਦੇ ਸੇਵਾ ਤੇ ਆਪਾਂ ਹੋਈਏ ਤੇ ਖੁਦ ਲੰਗਰ ਇਕੱਠਾ ਕਰਨ, ਕਿਉਂਕਿ ਨਹੀਂ ਤਾਂ ਡਿਊਟੀ ਕਿਸੇ ਦੀ ਹੋਰ ਲਾ ਦਿੱਤੀ ਜਾਂਦੀ ਹੈ। ਨਹੀਂ, ਇਹ ਡਿਊਟੀਆਂ ਵਾਲੇ ਨਹੀਂ ਅਦਾਰੇ ਹੁੰਦੇ, ਇਹ ਸੰਗਤਾਂ ਦੇ ਅਦਾਰੇ ਆ। ਇਹ ਸੇਵਾ ਨਾਲ ਚੱਲਦੇ ਆ, ਅਹੁਦਿਆਂ ਨਾਲ ਨਹੀਂ ਚੱਲਦੇ। ਅਹੁਦੇ ਤਾਂ ਫਿਰ ਬਾਹਲੇ ਆ ਇੱਥੇ। ਅਹੁਦਿਆਂ ਨੂੰ ਤਾਂ ਫਿਰ ਐਂ ਲਾਈਨ ਬਣ ਜੂਗੀ ਕਮਰਿਆਂ ਦੀ। ਇੱਥੇ ਇੱਕ ਮੈਨੇਜਰ ਦਾ, ਇੱਕ ਪ੍ਰਧਾਨ ਦਾ, ਇੱਕ ਮੀਤ ਪ੍ਰਧਾਨ ਦਾ, ਫਿਰ ਸਕੱਤਰ ਦਾ ਜੀ। ਫਿਰ ਇਹ ਤਾਂ ਬਾਹਲਾ ਕੁਛ ਹੋ ਜਾਂਦਾ। ਪਰ ਇਹ ਕਮਰੇ ਦੇਖੇ ਅਸੀਂ ਹੁੰਦੇ। ਹਾਂ, ਨਹੀਂ ਦੇਖੇ ਕਰਕੇ ਤਾਂ ਹੀ ਮੈਂ ਤੁਹਾਨੂੰ ਗਿਣਾ ਰਿਹਾ ਵੀ ਫਿਰ ਇਹ ਗੱਲਾਂ ਨਹੀਂ। ਆਪਾਂ ਹੁੰਦੇ ਆ ਸੰਗਤ ਵਾਸਤੇ ਰੋਲ ਮਾਡਲ। ਜਿਹੜੇ ਇੱਥੇ ਰਹਿੰਦੇ ਅਸੀਂ ਗੁਰਦੁਆਰੇ ਸਾਹਿਬਾਨ ਦਾ ਸਟਾਫ ਸਾਰਾ ਹੀ, ਮੇਰੇ ਤੋਂ ਲੈ ਕੇ ਲਾਂਗਰੀ ਤੱਕ, ਲਾਂਗਰੀ ਤੋਂ ਲੈ ਕੇ ਸਵੇਪਰ ਤੱਕ ਜੀ, ਵੀ ਸਾਰਾ ਅਸੀਂ ਰੋਲ ਮਾਡਲ ਆ। ਜਿਹੜਾ ਕੁਛ ਅਸੀਂ ਇੱਥੇ ਕਰਾਂਗੇ ਨਾ ਗੁਰੂ ਦੇ ਘਰੇ ਰਹਿ ਕੇ, ਲੋਕਾਂ ਨੇ ਆਟੋਮੈਟਿਕ ਉਹੀ ਕਰਨਾ। ਵੀ ਜਦੋਂ ਇਹਨਾਂ ਨੂੰ ਰੱਬ ਕੁਛ ਨਹੀਂ ਕਹਿੰਦਾ, ਸਾਨੂੰ ਕੀ ਕਹਿ ਦੂਗਾ। ਬਿਲਕੁਲ, ਇਹ ਸਾਡੇ ਤੇ ਡਿਪੈਂਡ ਆ। ਮੈਂ ਤਾਂ ਇੱਕ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰਨ ਲੱਗਿਆ ਮਹਾਰਾਜ ਦੀ ਦਇਆ ਦ੍ਰਿਸ਼ਟੀ ਦੇ ਸਦਕਾ। ਵੀ ਜਿਹੜਾ ਕੁਛ ਮੈਂ ਕਰ ਸਕਦਾ ਆਪਦੀ ਸਰੀਰ ਨਾਲ, ਉਹ ਤਾਂ ਕਰ ਗਏ ਯਾਰ। ਜੇ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਗਜਾ ਕਰੋ ਫਿਰ ਆਪ ਵੀ ਕਰੋ। ਫੇਰ ਹੀ ਉਹਦਾ ਸਵਾਦ ਆ। ਚੂਲੀ ਮੰਗਣਾ ਪੈਂਦਾ ਬਾਬੇ ਦੇ ਨਾਂ ਤੇ ਚੂਲੀ ਵੰਡਣਾ ਪੈਂਦਾ ਉਹ ਵੀ ਬਾਬੇ ਦੇ ਨਾਂ ਤੇ। ਮਹਾਰਾਜ ਨੇ ਕਿਹਾ 10ਵੇਂ ਪਾਤਸ਼ਾਹ ਦਾ ਹੁਕਮ ਆ, ਦਾਨ ਲੈਣਾ ਵੀ ਆ, ਦਾਨ ਦੇਣਾ ਵੀ ਆ। ਬਿਲਕੁਲ, ਦੇਣਾ ਰੱਬ ਦੇ ਨਾਂ ਤੇ ਆ, ਆਪ ਦੇ ਹਉਮੈ ਨਹੀਂ ਵਿੱਚ ਲਿਆਉਣੀ। ਉਹ ਅੱਜ ਤੱਕ ਨਹੀਂ ਮਹਾਰਾਜ ਨੇ ਆਉਣ ਦਿੱਤੀ। ਤੁਸੀਂ ਵੀ ਸਾਰੇ ਅਰਦਾਸ ਕਰੋ ਆਵੇ ਵੀ ਨਾ। ਜੀ ਜੀ। ਆਪਦੀ ਬਚਤ ਆ, ਆਪਦੇ ਟਿਕਾਣੇ ਰਵਾਂਗੇ, ਨਹੀਂ ਹਿੱਲ ਜਾਾਂਗੇ। ਬਿਲਕੁਲ ਜੀ। ਦੂਸਰੇ ਪਾਸੇ ਜਦੋਂ ਸਮਾਜ ਦੇ ਵਿੱਚ ਗੱਲ ਚੱਲਦੀ ਹੈ ਕਿ ਸਿੱਖ ਇਤਿਹਾਸ ਦੇ ਵਿੱਚ, ਸਿੱਖ ਧਰਮ ਦੇ ਵਿੱਚ ਰਲੇਵਾਂ ਹੋ ਰਿਹਾ, ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਜਾਂ ਨਵਾਂ ਰੂਪ ਦੇ ਕੇ ਪੇਸ਼ ਕੀਤਾ ਜਾਂਦਾ। ਬਿਲਕੁਲ। ਇਹ ਕਿਵੇਂ ਵੇਖਦੇ ਹੋ? ਇਹ ਬਹੁਤ ਚਿੰਤਾ ਹੈ, ਬਹੁਤ ਚਿੰਤਾਜਨਕ ਵਿਸ਼ਾ ਹੈ। ਪਰ ਮੈਂ ਇੱਕ ਗੱਲ ਕਹਿਣਾ ਵੀ 10ਵੇਂ ਪਾਤਸ਼ਾਹ ਨੂੰ ਇਹ ਸਭ ਕੁਝ ਪਤਾ ਸੀ। ਉਹਨਾਂ ਨੇ ਪਹਿਲਾਂ ਹੀ ਗ੍ਰੰਥਾਂ ਦੇ ਉਲੱਥੇ ਕੀਤੇ ਵਿਆ। ਚੁੱਪ ਕਰਕੇ ਬਾਣੀ ਦੇ ਲੜ ਲੱਗ ਜਾਓ, ਬਾਣੀ ਪੜ੍ਹਨ ਲੱਗ ਜਾਓ। ਬਾਣੀ 'ਚੋਂ ਸਾਰਾ ਕੁਝ ਸਾਨੂੰ ਮਿਲ ਜਾਂਦਾ। ਇਤਿਹਾਸ ਵੀ ਮਿਲਦਾ, ਸਾਖੀਆਂ ਵੀ ਮਿਲਦੀਆਂ। ਜਿਹੜੀ ਕੋਈ ਬਾਣੀ ਦੀ ਤੁਕ ਗੁਰੂ ਗ੍ਰੰਥ ਸਾਹਿਬ 'ਚ ਆ ਗਈ, ਜੇ ਉਹਨੂੰ ਡਿਟੇਲ 'ਚ ਦੇਖਣਾ ਤਾਂ 10ਵੇਂ ਗ੍ਰੰਥ 'ਚ ਹੀ ਤੁਹਾਨੂੰ ਦੱਸਣਾ ਪੈਣਾ ਜੀ। ਉਹ ਗਾਈਡ ਬੁੱਕ ਆ ਉਹਦੀ। ਇਹ ਦੋਵੇਂ ਚੀਜ਼ਾਂ ਨਾਲ ਜੁੜ ਜਾਓ, ਮੈਨੂੰ ਤਾਂ ਨਹੀਂ ਲੱਗਦਾ ਕੋਈ ਪਿੱਛੇ ਰਹਿ ਜਾਊਗਾ। ਫਿਰ ਕੋਈ ਰਲੇਵਾਂ ਜਾਂ ਵਖਰੇਵਾਂ। ਜੇ ਕੋਈ ਇਹ ਵੀ ਗੱਲ ਕਹਿ ਦੇ ਵੀ ਹਾਂ ਜੀ ਦਾੜੀਆਂ ਕੇਸ ਵੀ ਤੁਹਾਡੇ ਵਾਂਗੂ ਰੱਖੇ ਆ, ਗਾਤਰੇ ਵੀ ਤੁਹਾਡੇ ਵਾਂਗੂ ਹੀ ਪਾਏ ਵੇ ਆ, ਤੇ ਚੋਲੇ ਵੀ ਤੁਹਾਡੇ ਵਾਂਗੂ ਹੀ ਪਾਉਂਦੇ ਆ, ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਹੁੰਦਾ, ਜਿਗਰਾ ਕਿੱਥੋਂ ਲੈ ਕੇ ਆਉਣਗੇ? ਜਿਗਰਾ ਤਾਂ ਅੰਮ੍ਰਿਤ ਛਕੇ ਵਾਲੇ ਸਿੰਘ ਨੂੰ ਹੀ ਆਉਣਾ। ਉਹ ਵੀ 10ਵੇਂ ਪਾਤਸ਼ਾਹ ਨੇ ਜਿਹੜਾ ਦਿੱਤਾ ਦਾ ਜਿਗਰਾ ਉਹੀ ਮਿਲਣਾ। ਬਿਲਕੁਲ। ਰਲਾਵੇਂ ਆਪਾਂ ਕਹਿ ਦਾਂਗੇ ਹੁਣ ਜੇ ਗਧੇ ਦੇ ਝਰੀਟਾਂ ਮਾਰ ਦਾਂਗੇ, ਜੈਵਰਾ ਤਾਂ ਨਹੀਂ ਬਣਦਾ। ਜੈਵਰੇ ਦੀ ਆਪਦੀ ਨਸਲ ਆ, ਗਧੇ ਦੀ ਆਪਦੀ ਹੈ। ਬਿਲਕੁਲ ਜੀ। ਬਹੁਤ ਥਾਵਾਂ ਤੇ ਵੇਖੀਦਾ ਕਿ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੀਆਂ ਜਿਹੜੀਆਂ ਚਲਾਈਆਂ ਹੋਈਆਂ ਰੀਤਾਂ ਨੇ, ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਵੀ, ਉਸ ਤੋਂ ਵੀ ਕਈ ਵਾਰ ਉਲਟ ਵੇਖਣ ਨੂੰ ਮਿਲਦਾ। ਬਹੁਤ ਸਾਰੀਆਂ, ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ, ਬਹੁਤ ਸਾਰੀਆਂ ਰੀਤਾਂ, ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰਾ ਕੁਝ ਇੱਦਾਂ ਲੱਗਦਾ ਹੁੰਦਾ ਕਿ ਜਿਵੇਂ ਡੇਰਿਆਂ ਨਾਲ ਮਿਲ ਗਿਆ ਹੁੰਦਾ। ਹਾਂ ਬਿਲਕੁਲ। ਤੇ ਉਹ ਚੀਜ਼ਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ, ਜਾਂ ਤੁਹਾਨੂੰ ਲੱਗਦਾ ਵੀ ਇਹ ਵਖਰੇਵੇਂ ਇੱਦਾਂ ਹੀ ਰਹਿਣਗੇ, ਸਿੱਖ ਉਹਦੇ ਵਿੱਚੋਂ ਕੁਛ ਹੀ ਹੋਣਗੇ ਜਿਹੜੇ ਨਿਆਰੇ ਦਿਸਣਗੇ? ਆਪਣੇ ਨਾ ਘਰਾਂ 'ਚ ਸਿੱਖ ਰਹਿਤ ਮਰਿਆਦਾ ਦੀ ਕਾਪੀ ਕਿਸੇ ਘਰ 'ਚ ਨਹੀਂ ਹੈਗੀ ਜੀ। ਜਿਹੜੀ ਅਕਾਲ ਤਖਤ ਤੋਂ ਪ੍ਰਵਾਨਿਤ ਮਰਿਆਦਾ ਨਾ ਸਾਡੀ, ਵੀ ਆਪਾਂ ਕਿਵੇਂ ਜ਼ਿੰਦਗੀ ਜਿਉਣੀ ਆ, ਆਪਣੇ ਕਾਰ ਵਿਹਾਰ ਕੀ ਆ, ਆਪਣੇ ਰੀਤੀ ਰਿਵਾਜ ਕੀ ਆ, ਸਿੱਖੀ ਅਨੁਸਾਰ, ਗੁਰਮਤ ਅਨੁਸਾਰ, ਬਿਲਕੁਲ ਉਹ ਕਿਤੇ ਹੀ ਨਹੀਂ ਹੈਗੀ। ਜੇ ਕੋਈ ਮੇਰੇ ਵਰਗਾ ਘਰੇ ਰੱਖ ਵੀ ਲੈਂਦਾ ਤਾਂ ਵਿੱਚੋਂ 2 ਸਿੰਘ ਪੜ੍ਹੇ ਲਿਖਿਆ ਕੇ ਕਿੰਤੂ ਕਰਦੇ ਆ। ਆਹ ਦੇਖੋ ਜੀ ਇੱਥੇ ਐਂ ਲਿਖਣਾ ਸੀ, ਇੱਥੇ ਐਂ ਲਿਖਣਾ ਸੀ। ਹੁਣ ਜਿਹੜਾ ਖਰੜਾ ਪੁਰਾਣਿਆਂ ਨੇ ਤਿਆਰ ਕਰਤਾ, ਪੁਰਾਣੇ ਬਜ਼ੁਰਗਾਂ ਨੇ ਕਰਤਾ ਤਿਆਰ, ਅਸੀਂ ਵਸੀਅਤ ਤਾਂ ਬਿੰਦ 'ਚ ਮੰਨ ਲੈਂਦੇ ਆ ਵੀ ਬਜ਼ੁਰਗ ਸਾਡਾ 10 ਕਿੱਲੇ ਸਾਨੂੰ ਵਸੀਅਤ 'ਚ ਦੇ ਗਿਆ, ਇਹ ਸਾਡੇ ਆ। ਪਲਾਟ ਵੀ ਮਿਲਿਆ, ਉਹ ਵੀ ਸਾਡੇ ਆ। ਤੇ ਜਦੋਂ ਰਹਿਤ ਮਰਿਆਦਾ ਦੀ ਗੱਲ ਆਉਂਦੀ ਆ, ਉਦੋਂ ਨਹੀਂ ਇਹ ਸਾਡੀ ਨਹੀਂ, ਇਹ ਇੱਥੇ ਤਾਂ ਜੀ ਤੁਸੀਂ ਐਂ ਲਿਖਿਆ ਜੀ, ਇਹ 'ਚ ਤਾਂ ਜੀ ਜੋਤਾਂ ਬੰਦ ਕਰਤੀਆਂ ਜੀ, ਇਹ 'ਚ ਤਾਂ ਲਿਖਿਆ ਪਿਆ ਜੀ, ਇਹ ਨਹੀਂ, ਇਹ ਗਲਤ ਗੱਲ ਆ। ਜਿੰਨਾ ਚਿਰ ਅਸੀਂ ਮਰਿਆਦਾ ਨਾਲ ਨਹੀਂ ਜੁੜਦੇ, ਤਖਤ ਨਾਲ ਕਾਹਦਾ ਜੁੜਨਾ ਸੀ? ਬਿਲਕੁਲ, ਉਹ ਸਾਨੂੰ ਜੁੜਨਾ ਹੀ ਪੈਣਾ। ਇਹੀ ਇਹਦਾ ਹੱਲ ਆ। ਜਿੰਨਾ ਚਿਰ ਅਸੀਂ ਆਪ ਸਾਰੇ, ਹੁਣ ਦਾ ਨੌਜਵਾਨ ਵਰਗ ਆਪ ਉਹ ਮਰਿਆਦਾ ਨੂੰ ਪੜ੍ਹੂਗਾ, ਬਾਣੀ ਦੀ ਕਸਵੱਟੀ ਲਾ ਕੇ ਪੜ੍ਹੂਗਾ, ਫੇਰ ਹੀ ਕੋਈ ਸਾਡਾ ਪਾਰ ਤਾਰਾ ਨਹੀਂ ਹੋ ਸਕਦਾ। ਇਸ ਗੱਲਬਾਤ ਦੇ ਆਖਰ ਦੇ ਵਿੱਚ ਜਿਹੜਾ ਮੇਰਾ ਸਵਾਲ ਹੈ ਉਹ ਅੱਜ ਦੀ ਜਵਾਨੀ ਦੇ ਲਈ ਹੈ ਕਿ ਜਿਸ ਤਰ੍ਹਾਂ ਅਸੀਂ ਬਾਹਰ ਜਾਣਾ ਚਾਹੁੰਦੇ ਹੋ, ਇੱਥੋਂ ਜਾ ਰਹੇ ਹਾਂ, ਕਿਤੇ ਨਾ ਕਿਤੇ ਰਾਹ ਵੀ ਬਦਲ ਰਹੇ ਨੇ, ਤੇ ਬੇਸ਼ੱਕ ਬਾਹਰ ਜਾਣ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਇਆ, ਪਰ ਇੱਥੇ ਕਈ ਗੱਲਾਂ ਦੇ ਵਿੱਚ ਜਿਹੜਾ ਥੋੜਾ ਖਤਰਾ ਵੀ ਖੜਾ ਹੋਇਆਗਾ। ਕੀ ਕਹਿਣਾ ਚਾਹੋਗੇ, ਕਿਵੇਂ ਵੇਖਦੇ ਹੋ? ਨਹੀਂ ਚਲੋ ਜੀ ਬਾਰੇ ਕਰਨ, ਜੁਗ ਜੀਣ, ਜੁਗ ਤਰੱਕੀਆਂ ਕਰਨ ਸਾਰੇ ਨੌਜਵਾਨ, ਇਹ ਨਹੀਂ ਕੋਈ ਗੱਲ, ਪਰ ਆਪਦੇ ਬੇਸ ਨਾਲ ਤਾਂ ਆਪਾਂ ਨੂੰ ਜੁੜ ਕੇ ਹੀ ਰਹਿਣਾ ਪੈਣਾ। ਹੁਣ ਆਪਾਂ ਕਹਿੰਦੇ ਬਾਹਰ ਸਿੱਖੀ ਦਾ ਪ੍ਰਚਾਰ ਬਹੁਤ ਆ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਵੀ ਉੱਥੇ ਸੋਰ ਸਾਧਨ ਆ, ਕੋਈ ਉੱਥੇ ਕੁਛ ਤੁਸੀਂ ਬੋਲ ਸਕਦੇ ਹੋ, ਆਜ਼ਾਦੀ ਆ ਤੁਹਾਨੂੰ। ਇੱਥੇ ਤਾਂ ਬਿੰਦ 'ਚ ਪਰਚਾ ਦੇ ਕੇ ਅੰਦਰ ਬਾਹਰ ਆਉਂਦੇ, ਅਗਲਾ ਮੇਰੇ ਵਰਗਾ 2 ਦਿਨ ਬੋਲਦਾ, ਤੀਜੇ ਦਿਨ ਨਹੀਂ ਬੋਲਦਾ। ਪਰ ਇੱਕ ਗੱਲ ਤਾਂ ਤੁਸੀਂ ਵੀ ਮੰਨੋਗੇ ਬਿੱਟੂ ਜੀ, ਵੀ
ਕਿਸੇ ਦਰਖਤ ਦੀ ਜੇ ਜਾੜੀ ਸੁੱਕ ਗਈ ਬਿਲਕੁਲ ਤਾਂ ਤਣੇ ਹਰੇ ਰਹਿ ਜਾਣਗੇ। ਬਿਲਕੁਲ ਤਾਕਤ ਤਾਂ ਸਾਡੇ ਪੰਜਾਬ 'ਚ ਹੀ ਹੈ ਨਾ ਸਾਰੇ। ਬਿਲਕੁਲ ਤਾਂ ਸਾਨੂੰ ਆਪ ਨੂੰ ਅਵੇਅਰ ਹੋਣਾ ਪੈਣਾ। ਤੁਸੀਂ ਪ੍ਰਬੰਧਕ ਕਮੇਟੀਆਂ ਦੀ ਝਾਕ ਛੱਡੋ, ਮੈਂ 10 ਸਾਲ ਪਹਿਲਾਂ ਹੀ ਇਹ ਗੱਲ ਬੋਲਤੀ ਸੀ। ਆਪ ਜਿਹੜਾ ਕੁਝ ਕਰ ਸਕਦੇ ਹੋ ਆਪ ਹੋਵੋ। ਜੀ ਜੀ ਜੀ। ਉਦੋਂ ਬਾਅਦ ਦੀ ਗੱਲ ਆ ਵੀ ਆਪਾਂ ਸਮਾਜ ਤੇ ਕਰਨਾ ਜਾਂ ਘਰੇ ਕਰਨਾ। ਪਹਿਲਾਂ ਸਰੀਰ ਨੂੰ ਸਾਂਭੋ, ਫਿਰ ਘਰ ਨੂੰ ਸਾਂਭੋ, ਫਿਰ ਸਮਾਜ ਸੰਭੂਗਾ, ਉਹਨਾਂ ਚਿਰ ਨਹੀਂ ਸਾਂਭ ਸਕਦੇ। ਜੀ ਜੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ ਸਰਦਾਰ ਹਰਜਿੰਦਰ ਸਿੰਘ ਹੋਰਾਂ ਦੇ ਨਾਲ। ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਥ ਤੇ ਸਮਾਜ ਤੇ ਇਤਿਹਾਸ ਤੇ ਕਰਨ ਦੀ ਕੋਸ਼ਿਸ਼ ਕੀਤੀ। ਉਮੀਦ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਕੁਝ ਹਾਸਲ ਕਰੋਗੇ। ਤੇ ਭਾਈ ਸਾਹਿਬ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਖੁੱਲ੍ਹਾ ਸਮਾਂ ਦਿੱਤਾ ਤੇ ਕਦੇ ਫੇਰ ਸਬੱਬ ਬਣਿਆ ਆਪਾਂ ਫੇਰ ਜੁੜ ਬੈਠਾਂਗੇ। ਸੋ ਫੇਰ ਮਿਲਦੇ ਹਾਂ ਜੀ। ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲੇ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।